ਹੈਲੋ एवरीवन ਦਿਸ ਇਜ਼ ਦਾ YouTube ਚੈਨਲ ਸਿਮਰਨ ਐਡੂਕॉम। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ। ਜਿਵੇਂ ਆਪਾਂ ਇਸ ਚੈਨਲ ਤੇ ਪੀਟੈਟ ਨਾਲ ਸੰਬੰਧ ਜਿਹੜੇ ਪੁਰਾਣੇ ਕੁਐਸਚਨ ਪੇਪਰ ਆ ਉਹਨਾਂ ਸਾਰਿਆਂ ਦੇ ਆਪਾਂ ਹੱਲ ਕੀਤੇ ਆ। ਤਾਂ ਅੱਜ ਉਸੇ ਲੜੀ ਦੇ ਵਿੱਚ ਆਪਾਂ 2014 ਦਾ ਜਿਹੜਾ ਪ੍ਰਸ਼ਨ ਪੱਤਰ ਹੈ, ਜਿਹੜਾ ਪੇਪਰ ਆਇਆ ਹੋਇਆ ਸੀਗਾ, ਉਹਦੇ ਪੈਡਾਗੋਗੀ ਤੇ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਗੀ ਵਾਲਾ ਜਿਹੜਾ ਪਾਰਟਸ ਆ ਉਹਦੇ 30 ਦੇ 30 ਕੁਐਸਚਨ ਆਪਾਂ ਡਿਸਕਸ ਕਰਾਂਗੇ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ। ਤਾਂ ਆਪਾਂ ਹੀ ਸ਼ੁਰੂ ਕਰਦੇ ਹਾਂ ਅੱਜ ਦਾ ਕੁਐਸਚਨ। ਸਭ ਤੋਂ ਪਹਿਲਾ ਕੁਐਸਚਨ ਕੀ ਹੈ, ਡੈਸ਼ ਇਜ਼ ਪ੍ਰੋਪੋਨੈਂਟ ਆਫ ਕੰਸਟਰਕਟਿਵਿਸਟ ਫਰੇਮਵਰਕ। ਤਾਂ ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਆਪਣੇ ਕੋਲ ਸਾਈਕੋਲੋਜਿਸਟ ਆ ਜਿਹੜੇ ਨਿਰਮਾਣਵਾਚੀ, ਕੰਸਟਰਕਟਿਵਿਜ਼ਮ ਹੁੰਦਾ ਜਿਹੜਾ ਗਿਆਨ ਦਾ ਨਿਰਮਾਣ ਖੁਦ ਕਰਦਾ, ਜਿਹਨੂੰ ਆਪਾਂ ਕੰਸਟਰਕਟਿਵਿਸਟ ਬੋਲਦੇ ਹਾਂ, ਉਹਦਾ ਜਿਹੜਾ ਆ ਢਾਂਚੇ ਦਾ ਸਿਰਜਕ ਆ। ਤਾਂ ਬੰਡੂਰਾ, ਬਰੂਨਰ, ਪਿਆਗੇ ਤੇ ਜੰਗ। ਤਾਂ ਆਪਾਂ ਨੂੰ ਇਹ ਪਤਾ ਕਿ ਇਹਦੇ ਵਿੱਚ ਕੰਸਟਰਕਟਿਵਿਸਟ ਜਿਹੜਾ ਗੱਲ ਕਰਦਾ ਉਹ ਗੱਲ ਕਰਦਾ ਕਿ ਹਿਊਮਨ ਕਿਵੇਂ ਕ੍ਰੀਏਟ ਕਰਦਾ ਹੈ। ਨੌਲੇਜ ਜਿਹੜੀ ਹੁੰਦੀ ਆ ਉਹ ਕਹਿੰਦਾ ਕਿ ਇੰਟਰੈਕਸ਼ਨ ਹੁੰਦੀ ਆ ਕਿਹਦੇ ਵਿੱਚ, ਐਕਸਪੀਰੀਅੰਸ ਤੇ ਆਈਡੀਆ ਦੇ ਵਿੱਚ। ਕੋਗਨੀਟਿਵ ਸਟਰਕਚਰ ਦੀ ਗੱਲ ਕਰਦਾ, ਕੋਗਨੀਟਿਵ ਫੰਕਸ਼ਨਿੰਗ ਦੀ ਗੱਲ ਕਰਦਾ। ਤਾਂ ਫਿਰ ਇਹ ਕੋਗਨੀਟਿਵ ਸਟਰਕਚਰ ਤੇ ਫੰਕਸ਼ਨ ਦੀ ਗੱਲ ਕਿਹਨੇ ਕੀਤੀ ਸੀ ਆਪਣੇ ਕੋਲੇ? ਇਹ ਆਪਣੇ ਕੋਲੇ ਕੀਤਾ ਸੀਗਾ ਪਿਆਗੇ ਨੇ। ਤਾਂ ਆਪਣੇ ਕੋਲੇ ਕੀ ਆਨਸਰ ਆਊਗਾ? ਜੀਨ ਪਿਆਗੇ ਜਿਹੜਾ ਆਨਸਰ ਆ ਸੀ ਆਪਸ਼ਨ ਜਿਹੜੀ ਫਸਟ ਕੁਐਸਚਨ ਦੀ ਆਏਗੀ। ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਕੀ ਹੈ, ਵਾਈਲ ਸੋਲਵਿੰਗ ਏ ਪ੍ਰੋਬਲਮ ਇਫ ਐਨ ਇੰਡੀਵਿਜੂਅਲ ਰੀਚਸ ਦਾ ਸੋਲੂਸ਼ਨ ਆਲ ਆਫ ਏ ਸਡਨ ਵੀ ਸੇ ਦੈਟ ਹੀ ਹੈਜ਼ ਲਰਨਡ ਬਾਏ। ਕਹਿੰਦਾ ਕਿ ਕੋਈ ਜਿਹੜਾ ਪ੍ਰੋਬਲਮ ਕਿਸੇ ਨੂੰ ਸੋਲਵ ਕਰਦਾ ਕਿਸੇ ਸਮੱਸਿਆ ਦਾ ਸਮਾਧਾਨ ਕਰਦਾ ਹੈ, ਉਹਦੇ ਹੱਲ 'ਤੇ ਅਚਾਨਕ ਪਹੁੰਚ ਜਾਂਦਾ, ਤਾਂ ਆਪਾਂ ਕੀ ਕਹਾਂਗੇ ਵੀ ਉਸਨੇ ਕਿਵੇਂ ਸਿੱਖਿਆ? ਇਨਸਾਈਟ, ਟ੍ਰਾਇਲ ਐਂਡ ਐਰਰ, ਇਮੀਟੇਸ਼ਨਸ ਜਾਂ ਆਬਜ਼ਰਵੇਸ਼ਨ। ਤਾਂ ਆਪਾਂ ਨੂੰ ਇਹ ਪਤਾ ਆ ਕਿ ਜਿਹੜੀ ਆਪਣੇ ਕੋਲ ਇੱਥੇ ਅਲੱਗ-ਅਲੱਗ ਜਿਹੜੀਆਂ ਲਰਨਿੰਗ ਜਿਹੜੀਆਂ ਹੁੰਦੀਆਂ ਥਿਊਰੀਆਂ ਦੇ ਵਿੱਚ ਇਨਸਾਈਟ ਥਿਊਰੀ ਹੁੰਦੀ ਹੈ, ਜਿਹਨੂੰ ਆਪਾਂ ਗੈਸਟਾਲਟ ਸਾਈਕੋਲੋਜੀ ਵੀ ਬੋਲਦੇ ਹਾਂ। ਇਹਦਾ ਮਤਲਬ ਹੁੰਦਾ ਆਰਗੇਨਾਈਜ਼ਡ ਏ ਹੋਲ, ਜਿਹਨੂੰ ਆਪਾਂ ਲਾ ਆਫ ਆਰਗੇਨਾਈਜੇਸ਼ਨ ਦੇ ਅੰਡਰ ਵੀ ਲੈ ਕੇ ਆਉਣੇ ਆ ਕਿ ਉਹ ਜਿਹੜੀ ਆਪਣੀ ਜਿਹੜੀ ਪਰਸੈਪਸ਼ਨਸ ਆ ਉਹ ਹਮੇਸ਼ਾ ਟੋਟਲ ਸਿਚੁਏਸ਼ਨ ਦੇ ਨਾਲ ਰਿਲੇਟਡ ਹੁੰਦੀ, ਕਿਸੇ ਪਾਰਟਸ ਦੇ ਨਾਲ ਰਿਲੇਟਡ ਨਹੀਂ ਹੁੰਦੀ। ਤਾਂ ਉਸ ਨੂੰ ਆਪਾਂ ਕੀ ਕਰਦੇ ਹਾਂ, ਇਹਦਾ ਆਨਸਰ ਲੱਭ ਸਕਦੇ ਹਾਂ। ਕਿਸੇ ਸਮਾਧਾਨ ਦਾ ਸਮੱਸਿਆ ਦਾ ਹੱਲ ਆਪਾਂ ਕਰਦੇ ਹਾਂ ਤਾਂ ਇਹਦਾ ਆਨਸਰ ਆਏਗਾ ਏ, ਇਨਸਾਈਟ ਥਿਊਰੀ। ਠੀਕ ਹੈ, ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ। ਕੁਐਸਚਨ ਨੰਬਰ 3, ਵਿਚ ਆਫ ਦਾ ਫੋਲੋਇੰਗ ਇਜ਼ ਮੋਸਟ ਹਾਈਲਾਈਟਡ ਬਾਈ ਨੈਸ਼ਨਲ ਕਰੀਕੂਲਮ ਫਰੇਮਵਰਕ ਪੋਜੀਸ਼ਨ ਪੇਪਰ ਔਨ ਐਗਜ਼ਾਮੀਨੇਸ਼ਨ ਰਿਫੋਰਮਸ। ਤਾਂ ਜਿਹੜਾ ਨੈਸ਼ਨਲ ਕਰੀਕੂਲਮ ਫਰੇਮਵਰਕ ਸੀਗਾ ਉਹਦੇ ਅਕੋਰਡਿੰਗ ਜਿਹੜੇ ਮੁਲਾਂਕਣ ਦੀ ਪ੍ਰਕਿਰਿਆ ਨੂੰ, ਐਗਜ਼ਾਮੀਨੇਸ਼ਨ ਨੂੰ ਰਿਫੋਰਮ ਕਰਨ ਦੇ ਵਿੱਚ ਕਿਸ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ? ਓਪਨ ਬੁੱਕ ਐਗਜ਼ਾਮ 'ਤੇ ਵੀ ਖੁੱਲੀ, ਜਿਹਨੂੰ ਆਪਾਂ ਕਿਤਾਬਾਂ ਖੋਲ੍ਹ ਕੇ ਜਿਹੜਾ ਐਗਜ਼ਾਮ ਲਾਓ, ਬੱਚੇ ਨੂੰ ਰੋਟ ਨਾਲ ਲਰਨਿੰਗ ਨਾ ਕਰਵਾਓ। ਬੀ ਆਪਸ਼ਨ ਐਮਫੇਸਾਈਜ਼ ਔਨ ਟੈਸਟ ਪਰਫੋਰਮੈਂਸ। ਤਾਂ ਜਿਹੜੇ ਟੈਸਟ ਪਰਫੋਰਮੈਂਸ ਹੁੰਦੇ ਉੱਤੇ ਜ਼ਿਆਦਾ ਧਿਆਨ ਦਿਓ। ਫਲੈਕਸੀਬਲ ਸਿਟਿੰਗ ਅਰੇਂਜਮੈਂਟ ਵਾਈਲ ਟੈਸਟਿੰਗ। ਤਾਂ ਜਿਹੜੀ ਕੀ ਕਹਿੰਦਾ ਕਿ ਜਿਹੜੀ ਸਿਟਿੰਗ ਅਰੇਂਜਮੈਂਟ ਫਲੈਕਸੀਬਲ ਹੋਣਾ ਚਾਹੀਦਾ, ਜਿਵੇਂ ਮਰਜ਼ੀ ਬੈਠੇ ਬੱਚਾ ਆਣ ਕੇ ਪੇਪਰ ਮੁਲਾਂਕਣ ਕਰਨ ਦੇ ਸਮੇਂ, ਐਗਜ਼ਾਮ ਦੇ ਸਮੇਂ, ਜਾਂ ਕੰਟੀਨਿਊਸ ਅਸੈਸਮੈਂਟ। ਤਾਂ ਇਹਨਾਂ ਨੇ ਸਭ ਤੋਂ ਜ਼ਿਆਦਾ ਆਪਣੇ ਕੋਲੇ ਕੰਟੀਨਿਊਸ ਅਸੈਸਮੈਂਟ ਦੀ ਹੀ ਜ਼ਿਆਦਾ ਜ਼ੋਰ ਦਿੱਤਾ ਸੀਗਾ ਵੀ ਲਗਾਤਾਰ ਮੁਲਾਂਕਣ ਹੋਣਾ ਚਾਹੀਦਾ। ਇਹ ਨਹੀਂ ਕਿ ਸਾਲ ਦੇ ਵਿੱਚ ਇੱਕ ਵਾਰ ਜਾਂ 6 ਮਹੀਨੇ ਬਾਅਦ ਉਦੋਂ ਬੱਚੇ ਤੋਂ ਇਕੱਠਾ ਜਿਹੜਾ ਉਹ ਦੇਖੋ ਕਿ ਉਹਨੇ ਅਚੀਵਮੈਂਟ ਕੀਤੀ, ਓਬਜੈਕਟਿਵ 'ਤੇ ਪਹੁੰਚਿਆ ਕਿ ਨਹੀਂ, ਉਹਨੇ ਕੀ ਸਿੱਖਿਆ। ਨਾਲ ਦੀ ਨਾਲ ਆਪਣੇ ਕੋਲ ਜਿਹੜੀ ਕੰਟੀਨਿਊਸ ਅਸੈਸਮੈਂਟ ਜਿਹੜੀ ਆਏਗੀ। ਤਾਂ ਥਰਡ ਕੁਐਸਚਨ ਦਾ ਆਨਸਰ ਕੀ ਆਏਗਾ ਆਪਣੇ ਕੋਲੇ? ਡੀ ਆਪਸ਼ਨ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 4, ਵਿਚ ਆਫ ਦਾ ਫੋਲੋਇੰਗ ਇਜ਼ ਦੀ ਕਰੈਕਟ ਸੀਕੁਐਂਸ। ਕਹਿੰਦਾ ਕਿ ਲਿਖਿਆ ਨੂੰ ਆਪਾਂ ਸਹੀ ਜਿਹੜੇ ਸੀਕੁਐਂਸ ਦੇ ਵਿੱਚ ਲਾਉਣਾ। ਇਹਦੇ ਵਿੱਚ ਨਾ ਥੋੜ੍ਹੀ ਜਿਹੀ ਆਪਸ਼ਨ 'ਚ ਮਿਸਟੇਕ ਹੈ। ਆਪਸ਼ਨ ਏ ਹੋ ਗਈ, ਉਸ ਤੋਂ ਬਾਅਦ ਬੀ ਆਪਸ਼ਨ ਇੱਥੋਂ ਸ਼ੁਰੂ ਹੁੰਦੀ ਮੋਟੀਵੇਸ਼ਨ ਤੋਂ, ਸੀ ਆਪਸ਼ਨ ਹੁੰਦੀ ਹੈ ਪ੍ਰੋਡਕਸ਼ਨ ਤੋਂ ਸਟਾਰਟ। ਤਾਂ ਕੀ ਹੈ ਕਿ ਆਪਾਂ ਨੂੰ ਇਹ ਪਤਾ, ਇੰਨੀ ਗੱਲ ਕਲੀਅਰ ਹੈ ਕਿ ਜੋ ਸਾਰੀਆਂ ਆਪਸ਼ਨ ਦੇਖਦੇ ਹਾਂ ਨਾ ਆਪਾਂ, ਸਾਰੇ ਇਹਦੇ ਪੁਆਇੰਟ ਦੇਖਦੇ ਹਾਂ। ਤਾਂ ਜਦੋਂ ਆਪਾਂ ਕੋਈ ਲਰਨਿੰਗ ਹੁੰਦੀ, ਜਿੰਨੀ ਵੀ ਆਪਾਂ ਲਰਨਿੰਗ ਥਿਊਰੀਜ਼ ਪੜ੍ਹਦੇ ਹਾਂ, ਤਾਂ ਲਾਸਟ 'ਤੇ ਮੋਟੀਵੇਸ਼ਨ ਹੁੰਦੀ ਹੈ ਕਿਸੇ ਤਰ੍ਹਾਂ ਨਾਲ ਰੀਇਨਫੋਰਸਮੈਂਟ 'ਤੇ ਕਰਕੇ। ਤਾਂ ਇਹਨਾਂ ਵਿੱਚੋਂ ਕਿਹੜੀ ਆਪਸ਼ਨ 'ਤੇ ਆਪਣੇ ਕੋਲ ਲਾਸਟ ਵਿੱਚ ਮੋਟੀਵੇਸ਼ਨ ਆ? ਪਹਿਲੀ ਆਪਸ਼ਨ 'ਤੇ। ਤਾਂ ਹੁਣ ਬਾਕੀਆਂ ਵੱਲ ਆਪਾਂ ਧਿਆਨ ਦੇਈਦਾ। ਟੈਨਸ਼ਨ ਕੀ ਹੁੰਦਾ? ਟੈਨਸ਼ਨ ਹੁੰਦਾ ਪਹਿਲਾਂ ਉਹਦੀ ਇਕਾਗਰ, ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਪਾਂ ਉੱਤੇ ਉਹਨੂੰ ਆਪਾਂ ਅਟੈਂਡ ਕਰਦੇ, ਉਹਨੂੰ ਦੇਖਦੇ ਹਾਂ। ਫਿਰ ਰੀਟੈਂਸ਼ਨ, ਉਹਨੂੰ ਆਪਾਂ ਧਾਰਨ ਕਰਦੇ ਹਾਂ। ਫਿਰ ਪ੍ਰੋਡਕਸ਼ਨ ਹੁੰਦੀ, ਫਿਰ ਮੋਟੀਵੇਸ਼ਨ। ਤਾਂ ਫਸਟ ਕੁਐਸਚਨ ਦਾ ਆਨਸਰ ਕੀ ਆਏਗਾ? ਏ ਆਪਸ਼ਨ, ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ ਐਂਡ ਮੋਟੀਵੇਸ਼ਨ। ਉਸ ਤੋਂ ਬਾਅਦ ਕੁਐਸਚਨ ਨੰਬਰ 5 ਕੀ ਹੈ? ਕੁਐਸਚਨ ਨੰਬਰ 5, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਇਨਵੋਲਵਡ ਇਨ ਮੈਕੈਨਿਜ਼ਮ ਬਾਏ ਵਾਈਲ ਚਿਲਡਰਨ ਡਿਵੈਲਪ ਦੇਅਰ ਨੌਲੇਜ ਥਰੂ ਦਾ ਸੋਸ਼ਲ ਡਾਇਲੋਗ। ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਸਮਾਜਿਕ ਸੰਵਾਦ ਰਾਹੀਂ, ਕਮਿਊਨੀਕੇਸ਼ਨ ਰਾਹੀਂ ਬੱਚੇ ਦੇ ਗਿਆਨ ਅਤੇ ਵਿਕਾਸ ਦੀ ਵਿਧੀ ਵਿੱਚ ਸ਼ਾਮਲ ਨਹੀਂ ਹੈ? ਤਾਂ ਇਹ ਅਸਲ ਦੇ ਵਿੱਚ ਇਹ ਕੀ ਆਪਣੇ ਕੋਲ ਸੀਗਾ, ਜਿਹੜੀ ਵਿਗੋਸਕੀ ਨੇ ਥਿਊਰੀ ਦਿੱਤੀ ਸੀਗੀ, ਉਹ ਵੀ ਇੱਕ ਕੰਸਟਰਕਟਿਵਿਸਟ ਹੀ ਸੀਗਾ, ਨਿਰਮਾਣਵਾਦੀ ਗਿਆਨ ਦਾ ਉਹ ਪੱਖ ਪੂਰਦਾ ਸੀਗਾ। ਤਾਂ ਉਹਦੇ ਲਈ ਜਿਹੜਾ ਵਿਗੋਸਕੀ ਸੀ ਉਹਨੇ ਆਪਣੀ ਸੋਸ਼ਲ ਡਿਵੈਲਪਮੈਂਟ ਥਿਊਰੀ ਦਿੱਤੀ ਸੀ। ਤਾਂ ਉਹਦੇ ਵਿੱਚ ਜਿਹੜੇ ਪਹਿਲੇ ਆ 3 ਉਹਦੇ ਵਿੱਚ ਇੱਕ ਐਸਪੈਕਟਸ ਆਉਂਦੇ ਆ, ਏ ਬੀ ਸੀ, ਤਾਂ ਉਹਦੇ ਐਸਪੈਕਟਸ ਆ। ਜਿਹੜਾ ਡੀ ਪਾਰਟ ਉਹਦਾ ਜਿਹੜਾ ਹੈਗਾ ਨਹੀਂ ਹੈਗਾ, ਨੌਲੇਜ ਥਰੂ ਸੋਸ਼ਲ ਡਾਇਲੋਗ।
ਤਾਂ ਇਹਦਾ ਕੁਐਸਚਨ ਇੱਥੇ ਨੋਟ ਲਿਖਿਆ ਹੋਇਆ ਤਾਂ ਇਸ ਦੇ ਅਕੋਰਡਿੰਗ ਇਹਦੀ ਆਪਸ਼ਨ ਕੀ ਆਏਗੀ, ਡੀ ਆਪਸ਼ਨ ਆਪਣੇ ਕੋਲੇ ਕੁਐਸਚਨ ਨੰਬਰ 5th ਦਾ ਜਿਹੜਾ ਰਾਈਟ ਆਂਸਰ ਹੋਏਗਾ ਡੀ ਇੰਟਰਨਲਾਈਜੇਸ਼ਨ। ਠੀਕ ਹੈ, ਕਲੀਅਰ ਹੈ। ਉਸ ਤੋਂ ਬਾਅਦ ਆਪਣੇ ਕੋਲ ਆਏਗਾ ਨੈਕਸਟ ਕੁਐਸਚਨ। ਕੁਐਸਚਨ ਨੰਬਰ 6th ਕੀ ਹੈ, when a child is not able to conceptualize the conservation of mass, which logic operation is he not able to carry out? ਕਹਿੰਦਾ ਕਿ ਇੱਕ ਲਾ ਹੁੰਦਾ ਆਪਣੇ ਕੋਲੇ ਸਾਇੰਸ ਦੇ ਵਿੱਚ ਕੰਜ਼ਰਵੇਸ਼ਨ ਆਫ ਲਾ, ਜਿਹਦੇ ਵਿੱਚ ਮਾਸ ਜਿਹੜਾ એનર્ਜੀ 'ਚ ਚੇਂਜ ਹੁੰਦਾ, એનર્ਜੀ ਮਾਸ ਚੇਂਜ ਹੁੰਦੀ ਹੈ, ਉਹ ਹਮੇਸ਼ਾ ਬਰਾਬਰ ਰਹਿੰਦੇ ਆ। ਕਹਿੰਦਾ ਭਾਵ ਮਾਸ ਤੇ એનર્ਜੀ ਜਿਹੜੇ ਕੰਜ਼ਰਵ ਹੁੰਦੇ ਆ, ਨਾ ਪ੍ਰੋਡਿਊਸ ਕਰਦੇ ਨਾ ਆਪਾਂ ਉਹਨੂੰ ਖਤਮ ਕਰ ਸਕਦੇ। ਕਹਿੰਦਾ ਕਿ ਇਹ ਕਹਿੰਦਾ ਕਿਹੜਾ ਲੌਜੀਕਲ ਆਪਰੇਸ਼ਨ ਜਿਹੜਾ ਬੱਚੇ ਨੂੰ, ਅਗਰ ਉਹ ਇਸ ਕਨਸੈਪਟ ਨੂੰ ਨਹੀਂ ਸਮਝ ਪਾਉਂਦਾ ਤਾਂ ਹੇਠਲੇ ਕਿਉਂ 'ਚੋਂ ਕਿਹੜਾ ਆਪਰੇਸ਼ਨ ਆ ਜਿਹੜੇ ਲੌਜੀਕਲ ਆਪਾਂ ਦੇਖਦੇ ਹਾਂ ਤਾਂ ਆਪਰੇਸ਼ਨਾਂ ਵਿੱਚੋਂ, ਤਾਂ ਉਹ ਆ ਜੂਗੀ ਰਿਵਰਸੀਬਿਲਿਟੀ, ਵੀ ਕਿਵੇਂ ਮਾਸ એનર્ਜੀ 'ਚ ਕਨਵਰਟ ਹੁੰਦਾ, ਕਿਵੇਂ એનર્ਜੀ ਮਾਸ 'ਚ ਕਨਵਰਟ ਹੁੰਦੀ, ਤਾਂ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦਾ। ਤਾਂ ਇਹਦੀ ਆਪਸ਼ਨ ਆਏਗੀ ਤੁਹਾਡੇ ਕੋਲ ਸੀ ਆਪਸ਼ਨ, ਰਿਵਰਸੀਬਿਲਿਟੀ। ਅਸਲ ਦੇ ਵਿੱਚ ਆਪਸ਼ਨਾਂ ਹੇਠਾਂ ਉੱਪਰ ਦਿੱਤੀਆਂ ਹੋਈਆਂ, ਇਹਦੀ ਆਪਸ਼ਨ ਸੀ ਆ, ਰਿਵਰਸੀਬਿਲਿਟੀ ਜਿਹੜੀ ਆ ਉਹ ਇਸ ਕਨਸੈਪਟ ਨੂੰ ਨਹੀਂ ਸਮਝ ਪਾਉਂਦਾ। ਕੁਐਸਚਨ ਨੰਬਰ 7 ਆਪਣੇ ਕੋਲ ਕੀ, ਦਾ ਆਈਡੀਆ ਦੈਟ ਰਿਗਾਰਡਸ ਦਾ ਲੈਂਗੁਏਜ ਐਜ਼ ਯੂਨੀਕਲੀ ਹਿਊਮਨ ਅਕੰਪਲਿਸ਼ਮੈਂਟ ਈਚਡ ਇਨਟੂ ਦਾ ਸਟਰਕਚਰ ਆਫ ਦਾ ਬ੍ਰੇਨ ਕੈਨ ਬੀ ਕਾਲਡ ਐਜ਼। ਕਹਿੰਦਾ ਕਿ ਜੇ ਇਹੀ ਧਾਰਨਾ ਜੋ ਭਾਸ਼ਾ ਨੂੰ ਦਿਮਾਗ ਦੀ ਸੰਰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਦੀ ਹੈ, ਵੀ ਭਾਸ਼ਾ ਨੂੰ ਦਿਮਾਗ ਦੇ ਪਾਰਟਸ ਦੇ ਵਿੱਚ ਅੰਕਿਤ ਕਰਦੀ ਹੈ, ਤਾਂ ਆਪਾਂ ਨੂੰ ਇਹ ਪਤਾ ਕਿ ਜਿਹੜੀ ਆਪਣੇ ਕੋਲ ਜਿਹੜੀਆਂ ਸਾਰੀਆਂ ਦਿੱਤੀਆਂ ਹੋਈਆਂ ਬਿਹੇਵੀਅਰਿਜ਼ਮ, ਸਾਈਕੋਐਨਾਲਿਟਿਕ ਤੇ ਕੰਸਟਰਕਟਿਵਿਜ਼ਮ, ਤਾਂ ਜਿਹੜੀਆਂ ਇਹ ਆਪਸ਼ਨ ਦਿੱਤੀਆਂ ਹੋਈਆਂ ਨੇ ਇਹਦੇ ਵਿੱਚੋਂ ਇਹਦਾ ਆਊਗਾ ਨੇਟਿਵਿਸਟ ਆਪਸ਼ਨ ਆਊਗੀ। ਇਹ ਇਹਦੇ ਆਪਣੇ ਕੀ ਆ, ਮਾਈਂਡ ਦੇ ਨਾਲ ਰਿਲੇਟਡ ਆਪਣੇ ਕੋਲੇ ਆਪਸ਼ਨ ਆ ਜਾਏਗੀ। ਕੁਐਸਚਨ ਨੰਬਰ 8 ਕੀ ਆ, ਵਿਚ ਆਫ ਦਾ ਫੋਲੋਇੰਗ ਇਜ਼ ਇੰਪੋਰਟੈਂਟ ਫਾਰ ਲੈਂਗੁਏਜ ਪ੍ਰੋਡਕਸ਼ਨ ਇਨ ਹਿਊਮਨ। ਤਾਂ ਲੈਂਗੁਏਜ ਪ੍ਰੋਡਕਸ਼ਨ ਦੀ ਗੱਲ ਕੀਤੀ ਆ ਹਿਊਮਨ ਬੀਇੰਗ ਦੇ ਵਿੱਚ, ਹਿਊਮਨ ਦੇ ਵਿੱਚ ਰਾਈਟ ਹੈਮੀਸਫੀਅਰ, ਪੇਰੈਂਟਲ ਲੋਬਸ, ਰੈਕਨਸ ਏਰੀਆ ਜਾਂ ਬ੍ਰੋਕੇਜ ਏਰੀਆ। ਅਸਲ ਦੇ ਵਿੱਚ ਕੀ ਹੈ, ਜਿਹੜੀ ਆਪਣੇ ਬ੍ਰੇਨ ਦੀ ਜਦੋਂ ਆਪਾਂ ਕੀ ਕਰਦੇ ਹਾਂ, ਦੇਖਦੇ ਹਾਂ ਆਪਣੇ ਉਹਦੀ ਇਹਦਾ ਜਿਹੜਾ ਪੂਰੀ ਦੇਖਦੇ ਸਰਚਨਾ ਦੇਖਦੇ, ਇੱਕ ਆਪਣਾ ਰਾਈਟ ਹੈਮੀਸਫੀਅਰ ਹੁੰਦਾ, ਇੱਕ ਲੈਫਟ ਹੈਮੀਸਫੀਅਰ। ਜਿਹੜਾ ਲੈਫਟ ਹੈਮੀਸਫੀਅਰ ਹੁੰਦਾ ਉਹ ਲੈਂਗੁਏਜ ਸਕਿੱਲਸ ਦੇ ਬਾਰੇ ਗੱਲ ਕਰਦਾ, ਤਾਂ ਉਹਦੇ ਵਿੱਚ ਜਿਹੜਾ ਲੈਂਗੁਏਜ ਪ੍ਰੋਡਕਸ਼ਨ ਦੇ ਪਾਰਟ ਦੀ ਗੱਲ ਕਰੂਗਾ ਉਹ ਕਰੂਗਾ ਬ੍ਰੋਕਾਜ਼ ਏਰੀਆ। ਤਾਂ ਕੁਐਸਚਨ ਨੰਬਰ 8 ਦਾ ਆਨਸਰ ਆਏਗਾ ਡੀ। ਅਸਲ ਦੇ ਵਿੱਚ ਇਹ ਜਿਹੜਾ ਪਾਰਟ ਹੈਗਾ ਇਹ ਮੈਡੀਕਲ ਟਰਮ ਦੇ ਨਾਲ ਰਿਲੇਟਡ ਆਪਣੇ ਕੋਲ ਹੈਗਾ। ਤਾਂ ਉਮੀਦ ਕਰਦਾ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ। ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਕੁਐਸਚਨ ਨੰਬਰ 9 ਦੇ ਵਿੱਚ ਕੀ ਹੈ, ਐਜ਼ ਪਰ ਰਿਕਸਨਸ ਥਿਊਰੀ ਇਨ ਵਿਚ ਸਟੇਜ ਇਜ਼ ਚਾਈਲਡ ਮੋਸਟ ਈਜ਼ਰ ਟੂ ਲਰਨ ਐਂਡ ਮਾਸਟਰ ਸਕਿੱਲਸ ਵੈਲਿਊ ਇਨ ਹਿਜ਼ ਕਲਚਰ। ਕਹਿੰਦਾ ਕਿ ਰਿਕਸਨ ਦੇ ਸਿਧਾਂਤ ਦੇ ਅਨੁਸਾਰ ਬੱਚਾ ਕਿਹੜੇ ਪੜਾਅ ਦੇ ਵਿੱਚ ਆਪਣੇ ਸੱਭਿਆਚਾਰ ਦੇ ਜਿਹੜੇ ਵਡਮੁੱਲੇ ਸਮਝੇ ਜਾਣ ਵਾਲੇ ਕੌਸ਼ਲਾਂ ਨੂੰ ਸਿੱਖਣ ਦੇ ਲਈ ਉਹਨਾਂ ਨੂੰ ਆਪਾਂ ਟ੍ਰੇਨ ਹੋਣ ਦੇ ਵਿੱਚ ਬਹੁਤ ਰੀਝਵਾਨ ਹੁੰਦਾ, ਬਹੁਤ ਇੰਟਰਸਟਡ ਹੁੰਦਾ। ਤਾਂ ਆਪਾਂ ਨੂੰ ਪਤਾ ਜਿਹੜੀ ਰਿਕਸਨ ਦੀ ਥਿਊਰੀ ਹੈ ਉਹਨੇ ਕੀ ਕਿਹਾ ਸੀਗਾ, ਉਹ ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ ਹੈ। ਉਹ ਕਹਿੰਦਾ ਕਿ ਇਨਵਾਇਰਮੈਂਟ ਦੇ ਨਾਲ, ਸੋਸ਼ਲ ਇਨਵਾਇਰਮੈਂਟ ਦੇ ਵਿੱਚ ਜਿਹੜਾ ਬੱਚਾ ਆ ਉਹ ਸੋਸ਼ਲ ਪ੍ਰੈਸ਼ਰ ਤੋਂ ਕੀ ਹੁੰਦਾ, ਆਪਣੇ ਆਪ ਨੂੰ ਚੇਂਜ ਕਰਦਾ ਆ, ਸਿੱਖਦਾ ਆ। ਤਾਂ ਉਹਦੀਆਂ ਆਪਾਂ ਨੂੰ ਪਤਾ ਕਿ ਉਹਨੇ 8 ਇਹੋ ਜਿਹੇ ਦਿੱਤੇ ਸੀ ਆਪਾਂ ਨੂੰ ਡਿਵੈਲਪਮੈਂਟ ਸਟੇਜਸ ਦਿੱਤੀਆਂ ਸੀ, ਜਿਹਨੂੰ ਆਪਾਂ ਸੋਸ਼ਲ ਕ੍ਰਾਈਸਿਸ ਵੀ ਉਹਨੇ ਕਿਹਾ ਸੀਗਾ ਜਾਂ ਡਿਫਰੈਂਟ ਕ੍ਰਾਈਸਿਸ ਕਿਹਾ ਸੀ ਜਾਂ ਇਸ਼ੂਜ਼ ਕਿਹਾ ਸੀਗਾ। ਤਾਂ ਉਹਨਾਂ ਦੇ ਵਿੱਚੋਂ ਜਾਂ ਆਪਾਂ ਨੂੰ ਡਿਫਰੈਂਟ ਸਟੇਜਸ ਦੇ ਵਿੱਚੋਂ ਜੇ ਇਹਨਾਂ 4 ਦਿੱਤੀਆਂ, ਟੋਟਲ 8 ਆ, ਤਾਂ ਕਿਹੜੀ ਸਟੇਜ ਦੇ ਵਿੱਚ ਬੱਚਾ ਜਿਹੜਾ ਹੈ ਇਹ ਚੀਜ਼ ਨੂੰ ਸਿੱਖਦਾ। ਤਾਂ ਆਪਾਂ ਜੇ ਦੇਖੀਏ ਉਹਦੀ 4th ਸਟੇਜ ਸੀਗੀ ਇੰਡਸਟਰੀ ਵਰਸਸ ਇਨਫੀਰੀਟੀ, ਜਿਹੜੀ ਕੀ ਹੁੰਦੀ ਹੈ 6 ਤੋਂ 12 ਸਾਲ ਦੀ ਏਜ ਦੇ ਵਿੱਚ। ਜਦੋਂ ਬੱਚਾ ਕੀ ਕਰਦਾ, ਸਕੂਲ ਜਾਂਦਾ ਹੈ, ਸਕੂਲ ਜਾ ਕੇ ਉਹ ਇਨਵਾਇਰਮੈਂਟ ਦੇ ਵਿੱਚ ਸਕੂਲ ਜਾਂ ਕਹਿ ਲਓ ਕਿ ਸਕੂਲ ਦਾ ਇਨਵਾਇਰਮੈਂਟ ਪ੍ਰੈਸ਼ਰ ਜਨਰੇਟ ਕਰਦਾ, ਫਿਰ ਉਹ ਕੀ ਹੈ ਜਿਹੜੀ ਪ੍ਰੋਪਰ ਸਕਿੱਲ ਦੇ ਨਾਲ ਜਿਹੜੀ ਵੈਲਿਊਜ਼ ਨੂੰ ਉਹ ਸਿੱਖਦਾ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਏਗਾ ਬੀ ਆਏਗਾ। ਜੇਕਰ ਆਪਾਂ ਇਹਦੀ ਸਾਰੀ ਡਿਟੇਲ ਸਾਰੇ 8 ਦੇ 8 ਸਟੇਜਸ ਨੂੰ ਜਾਂ ਇਕੱਲੇ ਨੂੰ ਡਿਸਕਸ ਕਰਨ ਲੱਗ ਗਏ ਤਾਂ ਇਹ ਵੀਡੀਓ ਜਿਹੜੀ ਜੀ ਬਹੁਤ ਲੈਂਥੀ ਹੋ ਜਾਏਗੀ, ਤਾਂ ਆਪਾਂ ਮੇਨ ਪੁਆਇੰਟ ਹੀ ਡਿਸਕਸ ਕਰਾਂਗੇ। ਕੁਐਸਚਨ ਨੰਬਰ 9 ਤੋਂ ਬਾਅਦ ਬੇਟਾ ਅੱਗੇ ਸਾਰੇ ਦੇ ਸਾਰੇ ਆਪਣੇ ਕੋਲ ਪੰਜਾਬੀ ਮੀਡੀਅਮ ਦੇ ਵਿੱਚ ਕੁਐਸਚਨ ਆਏ ਹੋਏ, ਤੁਸੀਂ ਇਹਨਾਂ ਨੂੰ ਵੀ ਪੜ੍ਹ ਸਕਦੇ ਹੋ। ਨਾਲ ਦੀ ਨਾਲ ਮੈਂ ਥੋੜ੍ਹਾ ਜਿਹਾ ਸਲੋਲੀ ਇਹਨੂੰ ਸਕਰੋਲ ਕਰੂੰਗਾ ਤਾਂ ਤੁਸੀਂ ਇਹਨੂੰ ਦੇਖ ਸਕਦੇ ਹੋ। ਕੁਐਸਚਨ ਨੰਬਰ 2 ਦਿੱਤਾ ਹੋਇਆ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਸੀਗਾ ਸਾਰਾ। ਕੁਐਸਚਨ ਨੰਬਰ 3 ਹੈ, ਫਿਰ ਆਪਣੇ ਕੋਲੇ ਕੀ ਆ ਜਾਂਦਾ ਹੈ 4 ਨੰਬਰ ਕੁਐਸਚਨ। ਵੈਸੇ ਤਾਂ ਮੈਂ ਪੰਜਾਬੀ ਦੇ ਵਿੱਚ ਸਾਰੇ ਐਕਸਪਲੇਨ ਕਰ ਹੀ ਦਿੱਤੇ ਨੇਗੇ, ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਦੇਖ ਸਕਦੇ ਹੋ। ਆਪਣੇ ਕੋਲੇ ਕੀ ਹੈ ਕਿ ਕੁਐਸਚਨ ਨੰਬਰ 9 ਤੋਂ ਬਾਅਦ 10 ਤੇ ਆ ਜਾਓ। ਇਨ ਐਨ ਇਨਕਲੂਸਿਵ ਸੈਟਅਪ ਕਹਿੰਦਾ ਇੱਕ ਜਿਹੜਾ ਇਨਕਲੂਸਿਵ ਸੈਟਅਪ ਹੁੰਦਾ ਜਿਹਦੇ ਸਾਰੇ ਬੱਚੇ ਇਨਵੋਲਵ ਹੁੰਦੇ ਆ। ਕੀ ਹੁੰਦਾ, ਈਚ ਚਾਈਲਡ ਅਕਮੋਡੇਟ
ਹਿਮਸੈਲਫ ਔਰ ਹਰਸੈਲਫ ਵਿਦ ਸਕੂਲ ਸਿਸਟਮ, ਤਾਂ ਹਰੇਕ ਬੱਚਾ ਜਿਹੜਾ ਹੋਊਗਾ ਉਹ ਆਪਣੇ ਆਪ ਨੂੰ ਸਕੂਲ ਦੇ ਮਾਹੌਲ ਦੇ ਅਨੁਸਾਰ ਅਕਮੋਡੇਟ ਕਰੂਗਾ, ਤਾਂ ਆਪਣੇ ਆਪ ਨੂੰ ਜਿਹੜਾ ਚੇਂਜ ਕਰੂਗਾ। ਜਾਂ ਬੀ ਆਪਸ਼ਨ, ਚਿਲਡਰਨ ਵਿਦ ਸਪੈਸ਼ਲ ਨੀਡ ਸਟੱਡੀ ਇਨ ਦੀ ਸੈਪਰੇਟ ਕਲਾਸ, ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਉਹ ਸੈਪਰੇਟ ਕਲਾਸ ਵਿੱਚ ਪੜ੍ਹਨਗੇ। ਸੀ ਆਪਸ਼ਨ ਕੀ, ਦਾ ਸਕੂਲ ਹੈਜ਼ ਫਲੈਕਸੀਬਲ ਕਰੀਕੁਲਮ ਟੂ ਅਕਮੋਡੇਟ ਈ ਚਿਲਡਰਨ, ਕਹਿੰਦਾ ਸਕੂਲ ਦਾ ਕਰੀਕਲਮ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਹਰੇਕ ਬੱਚਾ ਆਪਣੇ ਆਪ ਵਿੱਚ ਅਕਮੋਡੇਟ ਹੋ ਜਾਏ, ਚਾਹੇ ਉਹ ਸਪੈਸ਼ਲ ਨੀਡ ਵਾਲਾ ਚਾਹੇ ਉਹ ਨੋਰਮਲ। ਡੀ ਆਲ ਚਿਲਡਰਨ ਵਿਦ ਸਪੈਸ਼ਲ ਨੀਡ ਪਲੇ ਵਿਦ ਈਚ ਅਦਰ, ਕਹਿੰਦਾ ਕਿ ਜਿਹੜੇ ਸਪੈਸ਼ਲ ਨੀਡ ਵਾਲੇ ਅਤੇ ਦੂਜੇ ਬੱਚੇ ਸਿਰਫ, ਜਾਂ ਕਹਿ ਲਓ ਕਿ ਜਿਹੜੇ ਆਲ ਚਿਲਡਰਨ ਵਿਦ ਸਪੈਸ਼ਲ ਨੀਡਸ, ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਹੈ ਨਾ ਉਹ ਵੀ ਸਿਰਫ ਆਪਸ ਦੇ ਆਪ ਵਿੱਚ ਖੇਡਣ। ਤਾਂ ਇਹਦੇ ਵਿੱਚ ਸੀ ਆਪਸ਼ਨ ਬਿਲਕੁਲ ਰਾਈਟ ਹੈ। ਇਨਕਲੂਸਿਵ ਸੈਟਅਪ ਦਾ ਮਤਲਬ ਹੀ ਹੈ ਜਿੱਥੇ ਸਾਰੇ, ਚਾਹੇ ਉਹ ਸਪੈਸ਼ਲ ਨੀਡ ਵਾਲੇ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਬੱਚਾ ਹੈਗਾ ਆ, ਉਹ ਕੀ ਹੈ ਅਕਮੋਡੇਟ ਕਰ ਸਕੇ, ਸਿੱਖ ਸਕੇ। ਤਾਂ 10ਵੇਂ ਕੁਐਸਚਨ ਦਾ ਆਨਸਰ ਕੀ ਆ ਜਾਏਗਾ, ਸੀ ਆਪਸ਼ਨ। ਕੁਐਸਚਨ ਨੰਬਰ 11, ਵੈਨ ਏ ਟੀਚਰ gives the previous knowledge of his learner he is involved, ਕਹਿੰਦਾ ਕਿ ਜਦੋਂ ਇੱਕ ਟੀਚਰ ਜਿਹੜਾ ਹੈਗਾ ਕਿਸੇ ਬੱਚੇ ਦੀ ਪ੍ਰੀਵੀਅਸ ਨੌਲੇਜ ਨੂੰ ਜੱਜ ਕਰਦਾ ਹੈ, ਪ੍ਰੀਵੀਅਸ ਨੌਲੇਜ ਦਾ ਪਤਾ ਲਾਉਂਦਾ ਹੈ, ਤਾਂ ਅਕਸਰ ਦੇ ਵਿੱਚ ਕੀ ਕਰ ਰਿਹਾ ਹੁੰਦਾ, ਅਸੈਸਮੈਂਟ ਫਾਰ ਲਰਨਿੰਗ ਜਾਂ ਅਸੈਸਮੈਂਟ ਇਨ ਲਰਨਿੰਗ, ਅਸੈਸਮੈਂਟ ਐਜ਼ ਲਰਨਿੰਗ ਜਾਂ ਅਸੈਸਮੈਂਟ ਆਫ ਲਰਨਿੰਗ। ਤਾਂ ਸਾਰੇ ਵਰਡ ਸੇਮ ਹੀ ਹੈ, ਬਟ ਇਹਦੇ ਵਿੱਚ ਕੀ ਹੈ, ਕੀ ਕਹਿੰਦਾ ਅਸੈਸਮੈਂਟ ਆਫ ਲਰਨਿੰਗ, ਕਿ ਲਰਨਿੰਗ ਦੀ ਅਸੈਸਮੈਂਟ ਕਰਦਾ ਸੀਗਾ, ਜਾਂ ਲਰਨਿੰਗ ਦੇ ਵਿੱਚ ਅਸੈਸਮੈਂਟ ਕਰਦਾ ਪਿਆ ਸੀ, ਜਾਂ ਅਸੈਸਮੈਂਟ ਜਾਂ ਲਰਨਿੰਗ ਨੂੰ ਐਜ਼ ਅਸੈਸਮੈਂਟ ਦੀ ਤਰ੍ਹਾਂ ਲੈ ਰਿਹਾ ਸੀ, ਤੇ ਜਾਂ ਅਸੈਸਮੈਂਟ ਫਾਰ ਲਰਨਿੰਗ। ਤਾਂ ਇਹਦੀ ਆਪਸ਼ਨ ਆਏਗੀ ਡੀ, ਕਿ ਉਹ ਅਜੇ ਉਹ ਇਹ ਚੈੱਕ ਕਰਦਾ ਪਿਆ ਕਿ ਬੱਚੇ ਦੀ ਜਿਹੜੀ ਹੈ ਨੌਲੇਜ ਹੈ, ਜਾਂ ਉਹਨੂੰ ਅਸੈਸ ਕਰਦਾ ਪਿਆ ਕਿਸ ਲੈਵਲ ਦੀ, ਤੁਹਾਨੂੰ ਕਿਸ ਜਿਹੜਾ ਨੈਕਸਟ ਉਹਨੂੰ ਪ੍ਰਪੇਅਰ ਮੈਂ ਕਰਨਾ, ਤਾਂ ਸਿੱਖਿਆ ਲਈ ਮੁਲਾਂਕਣ ਕਰਦਾ ਹੈ। ਠੀਕ ਹੈ, ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ, ਕੁਐਸਚਨ ਨੰਬਰ 12, ਇਨ ਦੀ ਸਟੱਡੀ ਆਫ in order to study the influence of environment on the intelligence, ਤਾਂ ਇੰਟੈਲੀਜੈਂਸੀ ਤੇ ਵਾਤਾਵਰਨ ਦਾ ਜਿਹੜਾ ਪ੍ਰਭਾਵ ਆ ਉਹਨੂੰ ਆਪਾਂ ਦੇਖਣ ਵਾਸਤੇ ਕਿਹੜਾ ਮੈਥਡ ਜਿਹੜਾ ਸਿਊਟੇਬਲ ਨਹੀਂ ਗਾ ਸਟੱਡੀ ਦਾ, ਤਾਂ ਇਹਦੇ ਵਿੱਚ ਆਪਸ਼ਨ ਆਏਗੀ ਤੁਹਾਡੀ ਬੀ ਆਪਸ਼ਨ ਆਏਗੀ, ਸਾਈਕੋਲੋਜੀਕਲ ਸਟੱਡੀਜ਼। ਬਾਕੀ ਆਪਾਂ ਸਾਰੀਆਂ ਸਟੱਡੀਜ਼ ਆਪਾਂ ਦੇਖਦੇ ਹਾਂ ਕਿ ਇਹ ਸਾਰੀਆਂ ਸਟੱਡੀ, ਟਵਿਨ ਸਟੱਡੀ, ਅਡਾਪਸ਼ਨ ਸਟੱਡੀ ਜਾਂ ਲੌਂਗੀਟਿਊਡਲ ਜਿਹੜੀ ਸਟੱਡੀਜ਼ ਹੁੰਦੀਆਂ ਇਹਨੂੰ ਆਪਾਂ ਕਰਦੇ ਹਾਂ, ਬਟ ਇਹ ਸਟੱਡੀ ਇਹਦੇ ਵਿੱਚ ਨਹੀਂ ਆਉਂਦੀ। ਨੈਕਸਟ ਕੁਐਸਚਨ, ਫਾਰ ਏ ਟੀਚਰ ਦਾ ਪ੍ਰਾਇਮਰੀ ਆਬਜੈਕਟਿਵ ਆਫ ਅਸੈਸਮੈਂਟ ਸ਼ੁੱਡ ਬੀ, ਕਹਿੰਦਾ ਇੱਕ ਟੀਚਰ ਵਾਸਤੇ ਜਿਹੜੀ ਅਸੈਸਮੈਂਟ ਦਾ ਜਿਹੜਾ ਮੇਨ ਮੋਟਿਵ ਆ ਉਹ ਕੀ ਹੋਣਾ ਚਾਹੀਦਾ, ਪ੍ਰਾਇਮਰੀ ਮੋਟਿਵ ਜਿਹੜਾ ਕੀ ਹੋਣਾ ਚਾਹੀਦਾ, ਸਪੋਟਿੰਗ ਦ ਐਰਰ ਆਫ ਸਟੂਡੈਂਟ, ਕੀ ਸਟੂਡੈਂਟ ਦੀਆਂ ਗਲਤੀਆਂ ਕੱਢਣ ਦਾ, ਜਾਂ ਆਇਡੈਂਟੀਫਾਈ ਦਾ ਗੈਪ ਇਨ ਦੀ ਅਚੀਵਮੈਂਟ ਆਫ ਸਟੂਡੈਂਟ ਐਂਡ ਹੈਲਪਿੰਗ ਇਨ ਬ੍ਰਿਜਿੰਗ ਦੀਜ਼ ਗੈਪਸ, ਕਿ ਆਪਾਂ ਉਹ ਕੀ ਕਰੂਗਾ ਕਿ ਅਚੀਵਮੈਂਟ ਸਟੂਡੈਂਟ ਦੀ ਦੇ ਵਿੱਚ ਕਿਹੜਾ ਗੈਪ ਰਹਿ ਗਿਆ, ਕਿਉਂ ਨਹੀਂ ਉਹ ਅਚੀਵਮੈਂਟ ਕਰ ਸਕਿਆ, ਤੇ ਫਿਰ ਉਹਨੂੰ ਗੈਪ ਨੂੰ ਭਰਨਾ ਇਹ ਕਰੇਗਾ, ਜਾਂ ਮੇਜ਼ਰ ਦਾ ਅਚੀਵਮੈਂਟ ਆਫ ਸਟੂਡੈਂਟ, ਜਾਂ ਇਕੱਲੀ ਉਹਦੀ ਜਿਹੜੀ ਅਚੀਵਮੈਂਟ ਉਹਨੂੰ ਹੀ ਮਾਪੂਗਾ, ਜਾਂ ਕੀ ਆ ਜਾਊਗਾ ਅਸੈਸਿੰਗ ਦਾ ਰਿਟੈਂਸ਼ਨ ਔਰ ਅਸੈਸਿੰਗ ਫਾਰ ਦਾ ਰਿਟੈਂਸ਼ਨ ਔਰ ਪ੍ਰਮੋਸ਼ਨ, ਕਿਉਂਕਿ ਬੱਚੇ ਨੂੰ ਪਾਸ ਜਾਂ ਫੇਲ ਕਰਨ ਵਾਸਤੇ ਇਹ ਮਾਪਦਾ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਏਗਾ ਬੀ ਆਏਗਾ, ਆਇਡੈਂਟੀਫਾਈ ਦਾ ਗੈਪ ਇਨ ਦੀ ਅਚੀਵਮੈਂਟ ਆਫ ਦਾ ਸਟੂਡੈਂਟ ਐਂਡ ਹੈਲਪਿੰਗ ਇਨ ਬ੍ਰਿਜਿੰਗ ਦੀਜ਼ ਗੈਪਸ। ਇਹ ਜਿਹੜਾ ਮੇਨ ਮੋਟਿਵ ਜਾਂ ਪ੍ਰਾਇਮਰੀ ਮੋਟਿਵ ਹੋਣਾ ਚਾਹੀਦਾ ਹੈ ਅਸੈਸਮੈਂਟ ਦਾ ਇੱਕ ਟੀਚਰ ਦੇ ਵਾਸਤੇ। ਤਾਂ ਕੁਐਸਚਨ ਨੰਬਰ 14 ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਪਾਰਟ ਆਫ ਸੋਸ਼ਲ ਲਰਨਿੰਗ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਜਿਹੜਾ ਪਾਰਟ ਆ ਸੋਸ਼ਲ ਲਰਨਿੰਗ ਦਾ ਥਿਊਰੀ ਦਾ ਨਹੀਂ ਆ। ਤਾਂ ਸੋਸ਼ਲ ਲਰਨਿੰਗ ਥਿਊਰੀ ਕਿਹਨੇ ਦਿੱਤੀ ਸੀ, ਬੈਂਡੂਰਾਜ਼ ਨੇ ਦਿੱਤੀ ਸੀ। ਤਾਂ ਕਿਹਨੇ ਦਿੱਤੀ ਸੀ ਆਪਣੇ ਕੋਲੇ, ਬੈਂਡੂਰਾਜ਼, ਇਹਦੀ ਸੀਗੀ ਸੋਸ਼ਲ ਲਰਨਿੰਗ ਥਿਊਰੀ। ਔਰ ਇਹਦੇ ਵਿੱਚ ਆਪਣੇ ਕੋਲੇ ਜਿਹੜੇ ਆਸਪੈਕਟ ਸੀਗੇ ਉਸ ਇਮੀਟੇਸ਼ਨਸ, ਮਾਡਲਿੰਗ, ਅਬਜ਼ਰਵੇਸ਼ਨ, ਇਹ ਤਿੰਨੇ ਆਸਪੈਕਟਸ ਤਾਂ ਹੈਗੇ ਸੀ ਇਹਦੇ। ਠੀਕ ਹੈ, ਕਿਹਦੇ ਸੀਗੇ ਇਹ, ਬੈਂਡੂਰਾ ਥਿਊਰੀ ਦੇ। ਤਾਂ ਇਸ ਕੁਐਸਚਨ ਦਾ ਕਿਉਂਕਿ ਨੋਟ ਪੁੱਛਿਆ ਗਿਆ ਆਪਾਂ ਨੂੰ, ਜੇ ਨੋਟ ਪੁੱਛਿਆ ਗਿਆ ਤਾਂ ਆਪਸ਼ਨ ਕੀ ਆਏਗੀ ਡੀ, ਬਿਹੇਵੀਅਰ ਮੈਨੀਫੈਸਟੇਸ਼ਨਸ ਆ ਜੂਗਾ ਇਹਦਾ। ਕੁਐਸਚਨ ਨੰਬਰ ਆਪਣੇ ਕੋਲੇ ਕੀ ਹੈ 15, ਹੂ ਅਮੰਗ ਦਾ ਫੋਲੋਇੰਗ ਹਾਈਲਾਈਟਡ ਦਾ ਲਰਨਿੰਗ ਇਜ਼ ਏ ਸੋਸ਼ਲ ਮੀਡੀਏਟ ਪ੍ਰੋਸੈਸ, ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹਨੇ ਕਿਹਾ ਸੀਗਾ ਕਿ ਜਿਹੜਾ ਲਰਨਿੰਗ ਹੈ ਉਹ ਸਮਾਜਿਕ ਇੱਕ ਜਿਹਨੂੰ ਆਪਾਂ ਬੋਲਦੇ ਹਾਂ ਪ੍ਰਕਿਰਿਆ ਵਜੋਂ ਉਭਾਰਿਆ ਗਿਆ। ਤਾਂ ਇਹ ਆਪਣੇ ਕੋਲ ਸੋਸ਼ਲ ਲਰਨਿੰਗ ਦੀ ਕਿਹਨੇ ਗੱਲ ਕੀਤੀ ਸੀਗੀ, ਤਾਂ ਵਿਗੋਸਕੀ ਆਊਗਾ। ਸੋਸ਼ਲ ਕਲਚਰਲ ਜਿਹੜੀ ਡਿਵੈਲਪਮੈਂਟ ਸੀ, ਸੋਸ਼ਲ ਇੰਟਰੈਕਸ਼ਨ, ਲੈਂਗੁਏਜ, ਕਲਚਰ ਦੀ ਗੱਲ ਕੀਤੀ ਸੀ। ਤਾਂ 15 ਕੁਐਸਚਨ ਦਾ ਆਨਸਰ ਕੀ ਆਪਣੇ ਕੋਲ ਆਵੇਗਾ ਬੀ, ਵਿਗੋਸਕੀ। ਲਈ ਵਿਗੋਸਕੀ ਦੀ ਥਿਊਰੀ ਵੀ ਹੈਗੀ ਹੈ ਪ੍ਰੋਪਰ। ਕੁਐਸਚਨ ਨੰਬਰ 16 ਕੀ ਆਪਣੇ ਕੋਲ ਦਿੱਤਾ ਹੋਇਆ, A change in the mental process that underlie all learning and performance can be performed as,
ਕਹਿੰਦਾ ਕਿ ਜਿਹੜੀ ਆਪਣੀ ਮੈਂਟਲ ਪ੍ਰੋਸੈਸ ਦੇ ਵਿੱਚ ਇੱਕ ਚੇਂਜ ਆਉਂਦੀ ਹੈ ਤੇ ਉਹਨੂੰ ਆਪਾਂ ਕਿਵੇਂ ਅੰਡਰਲਾਈਨ ਆ ਲਰਨਿੰਗ ਉਹਨੂੰ ਆਪਾਂ ਕਿਵੇਂ ਆਪਾਂ ਕਵਾਂਗੇ। ਤਾਂ 16ਵੇਂ ਕੁਐਸਚਨ ਜਿਹੜਾ ਹੈਗਾ ਆਪਣੇ ਕੋਲੇ ਕਹਿੰਦਾ ਕਿ ਸਮੁੱਚੀ ਸਿਖਲਾਈ ਤੇ ਪ੍ਰਦਰਸ਼ਨ ਦੇ ਮੂਲ 'ਚ ਮਾਨਸਿਕ ਪ੍ਰਕਿਰਿਆਵਾਂ ਵਿਚਾਲੇ ਪਰਿਵਰਤਨ ਜਿਹੜੀ ਮੈਂਟਲੀ ਚੇਂਜ ਆ ਉਹਨੂੰ ਆਪਾਂ ਕੀ ਬੋਲਾਂਗੇ। ਤਾਂ ਕੁਐਸਚਨ ਨੰਬਰ 16 ਦਾ ਆਨਸਰ ਆਏਗਾ ਬੀ, ਕਿਉਂਕਿ ਮਾਨਸਿਕ ਦੀ ਗੱਲ ਕੀਤੀ, ਮੈਂਟਲ ਪ੍ਰੋਸੈਸ ਦੀ ਗੱਲ ਕੀਤੀ ਹੋਈ ਆ ਤਾਂ ਕੋਗਨੀਟਿਵ ਡਿਵੈਲਪਮੈਂਟ ਦੇ ਵਿੱਚ ਇਸ ਕੁਐਸਚਨ ਦਾ ਆਨਸਰ ਆਏਗਾ। ਕੁਐਸਚਨ ਨੰਬਰ 17 ਹੈ, ਧਿਆਨ ਨਾਲ ਪੜ੍ਹਿਓ। ਕੁਐਸਚਨ ਨੰਬਰ 17 ਕੀ ਦਿੱਤਾ ਹੋਇਆ ਆਪਣੇ ਕੋਲੇ, ਕਹਿੰਦਾ ਪ੍ਰੀਮਾ ਸੀਮਸ ਟੂ ਬੀ ਓਵਰਲੋਡਡ ਵਿਦ ਐਨਰਜੀ, she bounces on her seat and frequently interrupted others. It is difficult for her to focus and listen to her teacher. She may be identified with. ਕਹਿੰਦਾ ਇੱਕ ਸਟੂਡੈਂਟ ਆ ਪ੍ਰੇਮਾ ਉਹਦਾ ਨਾਮ, ਉਹਦੇ ਕੋਲ ਫੁੱਲੀ ਮਤਲਬ એનર્ਜੀ ਬਹੁਤ ਹੈ, ਬਹੁਤ ਐਕਟਿਵ ਹੈ ਤੇ ਉਹ ਆਪਣੀ ਸੀਟ 'ਤੇ ਟਿਕ ਕੇ ਨਹੀਂ ਬੈਠ ਸਕਦਾ, ਉਹ ਦੂਜੇ ਨੂੰ ਇੰਟਰਪਟ ਕਰਦਾ ਵਾਰੀ ਵਾਰੀ ਕਲਾਸ ਦੇ ਵਿੱਚ। ਉਹਨੂੰ ਜਿਹੜੀ ਕਲਾਸ ਦੇ ਵਿੱਚ ਟੀਚਰ ਆਪਣੇ ਉਹਨੂੰ ਟੀਚ ਕਰਦਾ ਹੈ ਉਹ 'ਤੇ ਉਹ ਫੋਕਸ ਨਹੀਂ ਕਰ ਪਾਉਂਦਾ। ਤਾਂ ਉਹਨੂੰ ਕਿਸ ਤਰ੍ਹਾਂ ਆਪਾਂ ਆਇਡੈਂਟੀਫਾਈ ਕਰਾਂਗੇ, ਉਹਨੂੰ ਇੱਕ ਡਿਸਆਰਡਰ ਦੀ ਪ੍ਰੋਬਲਮ ਆ। ਤਾਂ ਇਹਦੀ ਕੁਐਸਚਨ ਦੀ ਆਨਸਰ ਆਏਗਾ ਏ। ਇਹ ਕੀ ਹੁੰਦਾ ਹੈ ਆਪਣੇ ਕੋਲੇ, ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟੀਵਿਟੀ ਡਿਸਆਰਡਰ। ਕਿਹੜਾ ਹੁੰਦਾ, ਅਟੈਂਸ਼ਨ ਏ ਤੇ ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟੀਵਿਟੀ ਡਿਸਆਰਡਰ, ਜਿਹਦੇ ਵਿੱਚ ਜਿਹੜੀ ਐਕਸੈਸਿਵ ਮੋਟਰ ਐਕਟੀਵਿਟੀ ਜਿਹੜੀ ਆਪਣੀ ਕਰਦਾ ਤੇ ਉਹ ਕੀ ਕਰਦਾ ਹੈ, ਇਨਏਬਿਲਿਟੀ ਹੁੰਦੀ ਅਟੈਂਡ ਕਰਨ ਦੀ। ਤਾਂ ਇੱਕ ਆਰਡਰ ਹੈ। ਇਸ 'ਤੇ ਕੁਐਸਚਨ ਅੱਗੇ ਵੀ ਨੈਕਸਟ ਪੇਪਰਾਂ ਦੇ ਵਿੱਚ ਵੀ ਕਈ ਵਾਰੀ ਆਇਆ, ਇਹਨੂੰ ਧਿਆਨ ਨਾਲ ਪੜ੍ਹ ਲਿਓ। ਅਟੈਂਸ਼ਨ ਕੀ ਹੁੰਦਾ, ਅਟੈਂਸ਼ਨ ਡੈਫੀਸ਼ੀਐਂਟ ਹਾਈਪਰ ਐਕਟੀਵਿਟੀ ਡਿਸਆਰਡਰ। ਜ਼ਿਆਦਾ એનર્ਜੀ ਹੋਵੇ ਬਟ ਉਹ ਕੀ ਕਰਦਾ ਹੈ, ਕੰਸਨਟਰੇਟ ਨਹੀਂ ਕਰ ਪਾਉਂਦਾ। ਇਹ ਹੌਲੀ ਹੌਲੀ ਐਡੋਲਸਨ ਸਟੇਜ ਤੋਂ ਬਾਅਦ ਇਹ ਅਗਲੀ ਏਜ ਤੱਕ ਵੀ ਰਹਿੰਦੀ ਹੈ। ਇਹਦਾ ਮੈਡੀਕਲ ਟ੍ਰੀਟਮੈਂਟ ਵੀ ਕੁਝ ਹੱਦ ਤੱਕ ਕਹਿੰਦੇ ਹੁੰਦਾ ਹੈ, ਬਟ ਇਹਨੂੰ ਆਪਾਂ ਇੱਕ ਡਿਸਆਰਡਰ ਦੇ ਵਿੱਚ ਕਾਊਂਟ ਕਰਾਂਗੇ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ, ਕੁਐਸਚਨ ਨੰਬਰ 18 ਦਾ ਪਰਸਨ ਵਿਦ ਡਿਸੇਬਿਲਿਟੀ ਐਕਟ ਐਮਫੇਸਾਈਜ਼। ਜਿਹੜਾ ਪਰਸਨਸ ਆ 19 ਡਿਸੇਬਿਲਿਟੀ ਐਕਟ ਜਿਹੜਾ ਉਹ ਕਿਸ 'ਤੇ ਧਿਆਨ, ਪਰਸਨ ਡਿਸੇਬਿਲਿਟੀ ਐਕਟ 1995 ਜਿਹੜਾ ਕਿਸ 'ਤੇ ਧਿਆਨ ਦਿੰਦਾ, ਇਕੁਅਲ ਅਪਰਚੁਨਿਟੀ ਤੇ ਪ੍ਰੋਟੈਕਸ਼ਨ ਆਫ ਰਾਈਟਸ ਜਾਂ ਫੁੱਲ ਪਾਰਟੀਸਿਪੇਸ਼ਨ। ਤਾਂ ਚਾਹੇ ਕੋਈ ਡਿਸੇਬਲਡ ਆ ਤਾਂ ਇਸ ਐਕਟ ਦੇ ਅਕੋਰਡਿੰਗ ਉਹਨੂੰ ਬਰਾਬਰ ਦੀ ਅਪਰਚੁਨਿਟੀ ਹੋਣੀ ਚਾਹੀਦੀ ਆ, ਉਹਦੀ ਰਾਈਟਸ ਵੀ ਹੈਗੇ ਨੇ, ਉਹਦੀ ਪਾਰਟੀਸਪੇਸ਼ਨ ਵੀ ਪੂਰੀ ਹੋਈ, ਤਾਂ ਸਾਰਾ ਕੁਝ ਹੀ ਇਸ ਆਪਸ਼ਨ ਦੇ ਵਿੱਚ ਆ ਜਾਏਗਾ। ਕੁਐਸਚਨ ਨੰਬਰ ਜਿਹੜਾ 18 ਦਾ ਆਨਸਰ ਕੀ ਆਏਗਾ, ਡੀ। ਤਾਂ ਉਮੀਦ ਕਰਦਾ ਤੁਹਾਨੂੰ ਇਸ ਦੀ ਸਮਝ ਲੱਗ ਗਈ ਹੋਊਗੀ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ, ਕੁਐਸਚਨ ਨੰਬਰ, ਤਾਂ ਆ ਮੈਂ ਥੋੜੀ ਜਿਹੀ ਸਲੋ ਜੇ ਮੈਂ ਕਰਨਾ ਤਾਂ ਵੀਡੀਓ ਦੀ ਲੈਂਥ ਜਾਏਗੀ। ਤਾਂ ਪਹਿਲਾ ਹੈਗਾ 10th ਕੁਐਸਚਨ ਸੀ ਕਿਸੇ ਸਮਾਵੇਸ਼ੀ ਢਾਂਚੇ ਵਿੱਚ। ਤਾਂ ਆ ਦੀਆਂ 4 ਕੁਐਸਚਨ ਦਿੱਤੇ ਹੋਏ ਆਪਣੇ ਕੋਲੇ। 11th ਕੁਐਸਚਨ, ਇੱਕ ਅਧਿਆਪਕ ਆਪਣੇ ਵਿਦਿਆਰਥੀ ਦੀ ਪੂਰਨ ਗਿਆਨ ਸਮਰਾਲਾ ਨੂੰ ਪਰਖਦਾ ਹੈ। ਬੋਧੀ ਦੇ ਵਾਤਾਵਰਣ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਹੇਠ ਲਿਖੇ ਵਿੱਚ ਕਿਹੜੀ ਕਾਰਗਰ ਨਹੀਂ ਹੈ। ਇੱਕ ਅਧਿਆਪਕ ਦੇ ਲਈ ਮੁਲਾਂਕਣ ਬੁੱਧੀ ਉਦੇਸ਼ ਨਹੀਂ ਹੋਣਾ ਚਾਹੀਦਾ ਹੈ। ਹੇਠ ਲਿਖਿਆਂ ਵਿੱਚ ਕਿਹੜਾ ਸਮਾਜਿਕ ਸਿਖਲਾਈ ਸਿਧਾਂਤ ਦਾ ਭਾਗ ਨਹੀਂ ਹੈ। ਮੈਂ ਇਕੱਲੇ ਕੁਐਸਚਨ ਬੋਲੇ ਆ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਦੇ ਆਨਸਰ ਜੇ ਪੰਜਾਬੀ ਦੇ ਵਿੱਚ ਦੇਖਣੇ ਹੋ ਦੇਖ ਸਕਦੇ ਹੋ। 15 ਦਾ ਕੁਐਸਚਨ ਸੀ, ਹੇਠ ਲਿਖਿਆਂ ਵਿੱਚ ਕਿਹੜੇ ਚਿੰਤਕ ਨੇ ਸਿਖਲਾਈ ਨੂੰ ਸਮਾਜਿਕ ਮੱਧਤਾ ਪ੍ਰਕਿਰਿਆ ਵਜੋਂ ਉਭਾਰਿਆ। ਸਮੁੱਚੀ ਸਿਖਲਾਈ ਅਤੇ ਪ੍ਰਦਰਸ਼ਨ ਦੇ ਮੂਲ ਮਾਨਸਿਕ ਪ੍ਰਕਿਰਿਆ ਵਿਚਾਲੇ ਪਰਿਵਰਤਨ ਨੂੰ ਕੀ ਕਿਹਾ ਜਾ ਸਕਦਾ ਹੈ। ਤਾਂ ਮੇਰੇ ਅਕੋਰਡਿੰਗ ਤਾਂ ਕੁਐਸਚਨ ਦੀ ਜਦੋਂ ਮੈਂ ਪੰਜਾਬੀ ਉੱਤੇ ਸਮਝਾਤੀ ਤਾਂ ਇਹਨੂੰ ਵੀ ਤੁਹਾਨੂੰ ਕੁਐਸਚਨ ਪੜ੍ਹਨ ਦੀ ਲੋੜ ਨਹੀਂ, ਇਕੱਲਾ ਇਹਨੂੰ ਸਮਝ ਲਓ, ਠੀਕ ਹੈ। ਨੈਕਸਟ ਕੁਐਸਚਨ ਨੰਬਰ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 19 ਕੀ ਹੈ, ਅਕੋਰਡਿੰਗ ਟੂ ਪਿਆਗੇ ਐਟ ਵਿਚ ਆਫ ਦਾ ਫੋਲੋਇੰਗ ਸਟੇਜ ਡਜ਼ ਦਾ ਚਿਲਡਰਨ ਬਿਗਿਨਸ ਟੂ ਥਿੰਕ ਲੌਜੀਕਲੀ ਅਬਾਊਟ ਦਾ ਅਬਸਟਰੈਕਟ ਕਨਸੈਪਟ। ਤਾਂ ਜਿਹੜੀ ਪਿਆਗੇ ਦੀਆਂ ਸਟੇਜ ਆਪਣੇ ਕੋਲ ਡਿਫਰੈਂਟ ਆਪਣੇ ਕੋਲ ਸੀਗੀਆਂ ਸਟੇਜਸ ਸੀਗੀਆਂ, ਸੈਂਸਰੀ ਮੋਟਰ ਸਟੇਜ ਆ, ਫਾਰਮਲ ਆ, ਕੰਕਰੀਟ ਆ ਅਤੇ ਪ੍ਰੀ ਆਪਰੇਸ਼ਨਲ ਆ। ਤਾਂ ਉਹ ਕਿਹੜੀ ਸਟੇਜ ਦੇ ਵਿੱਚ ਲੌਜੀਕਲੀ ਅਤੇ ਅਬਸਟਰੈਕਟ ਜਿਹੜਾ ਉਹ ਸੋਚਣਾ ਸ਼ੁਰੂ ਕਰ ਦਿੰਦਾ, ਉਹ ਕਿਹੜੀ ਸਟੇਜ ਆਉਂਦੀ ਹੈ, ਇਹਦੀ ਬੀ ਆਪਸ਼ਨ ਕੀ ਹੁੰਦੀ, ਲੌਜੀਕਲੀ ਅਬਸਟਰੈਕਟ ਆ। ਤਾਂ ਫਾਰਮਲ ਜਿਹੜੀ ਉਹਦੀ ਜਿਹੜੀ ਆਪਰੇਸ਼ਨਲ ਸਟੇਜ ਹੋਊਗੀ ਜਿਹੜੀ 12 ਤੋਂ 15 ਸਾਲ ਦੇ ਵਿੱਚ ਆਉਂਦੀ ਹੈ, ਐਡੋਲਸੈਂਟ ਸਟੇਜ ਆਉਂਦੀ ਹੈ। ਨੈਕਸਟ ਕੁਐਸਚਨ ਕੀ ਹੈ, ਕੁਐਸਚਨ ਨੰਬਰ 20 ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਮੈਟਰ ਆਫ ਡਿਬੇਟ ਇਨ ਡਿਵੈਲਪਮੈਂਟ ਸਾਈਕੋਲੋਜੀ। ਜਿਹੜੀ ਡਿਵੈਲਪਮੈਂਟਲ ਸਾਈਕੋਲੋਜੀ ਉਹਦੇ ਵਿੱਚ ਹੇਠਲਿਆਂ ਦੇ ਵਿੱਚੋਂ ਕਿਹੜਾ ਜਿਹੜੀ ਆਪਾਂ ਕਹਿੰਦੇ ਕਿ ਕੋਈ ਡਿਬੇਟ ਦਾ ਜਿਹੜਾ ਹੈਗਾ ਮੈਟਰ ਨਹੀਂ ਗਾ। ਤਾਂ ਜਿਵੇਂ ਪਹਿਲਾਂ ਤਾਂ ਮਾਈਂਡ ਬਾਡੀ ਦੇ ਵਿੱਚ ਓਬਲੀਕ ਪਾਇਆ ਹੋਇਆ, ਇੱਥੇ ਇਹਨੇ ਪਾਇਆ ਨਹੀਂ ਸੀਗਾ, ਯੂਜ਼ ਨਹੀਂ ਕੀਤਾ, ਦੇ ਵਿੱਚ ਇਸ ਤਰ੍ਹਾਂ ਆਏਗਾ ਮਾਈਂਡ ਅਲੱਗ ਹੈ, ਫਿਰ ਓਬਲੀਕ ਕੀ ਪਾਇਆ ਹੋਇਆ, ਬਾਡੀ, ਮਨ ਤੇ ਸਰੀਰ ਦੀ ਗੱਲ ਕੀਤੀ ਹੋਈ ਹੈ। ਤਾਂ ਇਹੀ ਇਹਦੇ ਵਿੱਚ ਸਰੀਰ ਦੀ ਆਪਾਂ ਕੋਈ ਗੱਲ ਨਹੀਂ ਕੀਤੀ, ਤਾਂ ਇਹੀ ਇਹਦਾ ਆਨਸਰ ਆਏਗਾ। ਬੀ ਆਪਸ਼ਨ ਦੇ ਵਿੱਚ ਨੈਚਰ ਅਤੇ ਇਹਦੇ ਵਿੱਚ ਹਾਈਫਨ ਪਾਇਆ ਹੋਇਆ ਨਰਚਰ।
वन कोर्स ऑफ डिवेलपमेंट, मैनी कोर्स ऑफ डिवेलपमेंट। आई थिंक ये ना क्वेश्चन नंबर ਜਿਹੜਾ 20 ਹੈ ਇਹਦੇ ਵਿੱਚ ਸਾਰਿਆਂ ਦੇ ਵਿੱਚ ਅਬਲੀਕ ਨਹੀਂ ਪਾਏ ਹੋਏਗੇ, ਠੀਕ ਹੈ। ਇੱਥੇ ਵੀ ਅਬਲੀਕ ਆਏਗਾ, ਫਿਰ ਇੱਥੇ ਵੀ ਹਾਈਫਨ, ਅਬਲੀਕ ਨਹੀਂ ਹਾਈਫਨ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ। ਤਾਂ ਪਹਿਲੇ ਦਾ ਆਨਸਰ ਆਏਗਾ ਮਾਈਂਡ ਤੇ ਬੋਡੀ ਦੀ ਗੱਲ ਆਪਾਂ ਸਾਈਕੋਲੋਜੀਕਲ ਡਿਵੈਲਪਮੈਂਟ ਦੇ ਵਿੱਚ ਨਹੀਂ ਕੀਤੀ, ਨੋਟ ਆਇਆ ਹੋਇਆ ਸੀਗਾ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ, ਕੁਐਸਚਨ ਨੰਬਰ ਹੈਗਾ ਜਿਹੜਾ ਆਪਣੇ ਕੋਲ ਨੈਕਸਟ ਕੀ ਹੈ 21, ਇਨ ਵਿਚ ਆਫ ਫੋਲੋਇੰਗ ਸਟੇਜ ਚਿਲਡਰਨ ਆਰ ਏਬਲ ਟੂ ਇੰਗੇਜ ਇਨ ਮੇਕ ਬਲੀਵ ਪਲੇ। ਤਾਂ ਇਹ ਵੀ ਪਿਆਗੇ ਦੀਆਂ ਜਿਹੜੀਆਂ ਆਪਣੇ ਕੋਲ 4 ਸਟੇਜ ਦਿੱਤੀਆਂ ਸੀਗੀਆਂ, ਉਹਨਾਂ 4 ਸਟੇਜਾਂ ਦੇ ਵਿੱਚੋਂ ਕਿਹੜੀ ਸਟੇਜ ਦੇ ਵਿੱਚ ਜਿਹੜਾ ਉਹ ਕੀ ਬੱਚਾ ਕੀ ਬਣਾਉਂਦਾ ਆ, ਆਪਣੇ ਜਿਵੇਂ ਕਹਿੰਦੇ ਕਿ ਮੇਕ ਬਲੀਵ ਵਿੱਚ ਰੁੱਝਿਆ ਰਹਿੰਦਾ, ਆਪਣੀ ਆਪ ਦੀ ਹੀ ਦੁਨੀਆ ਦੇ ਵਿੱਚ ਰੁੱਝਿਆ ਰਹਿੰਦਾ ਆ। ਤਾਂ ਇਹ ਉਹਦੀ ਆਪਣੇ ਕੋਲ ਆਪਸ਼ਨ ਆ ਜਾਂਦੀ ਹੈ ਪ੍ਰੀ ਆਪਰੇਸ਼ਨਲ ਸਟੇਜ ਆਉਂਦੀ ਹੈ 2 ਤੋਂ 7 ਸਾਲ ਦੇ ਵਿੱਚ। ਉਹਦੇ ਵਿੱਚ ਕੀ ਬੱਚਾ ਈਗੋਸੈਂਟਰਿਕ ਹੁੰਦਾ, ਉਹਨੂੰ ਐਂ ਲੱਗਦਾ ਹੁੰਦਾ ਕਿ ਸਾਰੀ ਦੁਨੀਆ ਉਹਦੇ ਦੁਆਲੇ ਹੀ ਘੁੰਮਦੀ ਆ। ਜਿਵੇਂ ਉਹ ਸਨ ਤੇ ਮੂਨ ਨੂੰ ਦੇਖਦਾ ਤਾਂ ਉਹਨੂੰ ਐਂ ਲੱਗਦਾ ਹੁੰਦਾ ਵੀ ਚੰਦਰਮਾ ਤੇ ਚੰਨ ਜਿਹੜੇ ਆ, ਜਿਹੜੇ ਮੂਨ ਹੈ ਸਨ ਆ, ਉਹ ਉਹਨੂੰ ਫੋਲੋ ਕਰਦੇ ਪਏ, ਉਹਦੇ ਮਗਰ ਮਗਰ ਤੁਰਦੇ ਆ। ਇਸ ਤਰ੍ਹਾਂ ਜਦੋਂ ਬਾਰਿਸ਼ ਨੂੰ ਦੇਖਦਾ ਆ ਤਾਂ ਉਹ ਆਪਣੇ ਆਪ ਨੂੰ ਐਜ਼ ਏ ਸੈਂਟਰਲ ਮੰਨਦਾ ਹੈ ਕਿ ਜਿਹੜੀ ਦੁਨੀਆ ਉਹਦੇ ਆਸੇ ਪਾਸੇ ਘੁੰਮਦੀ ਆ। ਤਾਂ ਇਹ ਉਹਦੀ ਮੇਕ ਬਲੀਵ ਜਿਹੜਾ ਹੁੰਦਾ ਹੈ ਉਹਦਾ ਪਾਰਟ ਹੁੰਦਾ, ਔਰ ਇਹ ਆ ਜਾਂਦਾ ਆਪਣੇ ਕੋਲੇ ਪ੍ਰੀ ਆਪਰੇਸ਼ਨਲ ਦੇ ਵਿੱਚ। ਤਾਂ ਅਲੱਗ-ਅਲੱਗ ਸਟੇਜ ਦੇ ਵਿੱਚ ਅਲੱਗ-ਅਲੱਗ ਜਿਹੜੀ ਉਹਦੇ ਆਪਣੇ ਕੋਲੇ ਕੀ ਹੁੰਦੇ ਆ, ਉਹਦੀਆਂ ਜਿਹੜੇ ਆਪਾਂ ਕਹਿ ਲਾਂਗੇ ਅਲੱਗ-ਅਲੱਗ ਉਹਦੇ ਆਇਡੈਂਟੀਫਾਈ ਕਰਨ ਦੇ ਤਰੀਕੇ ਆ, ਉਹਦੇ ਸਿੰਪਟਮਸ ਹੁੰਦੇ ਆ। ਕੁਐਸਚਨ ਨੰਬਰ 22 ਕੀ ਹੈ, ਵੈਨ ਏ ਚਾਈਲਡ ਗਿਵਸ ਟੂ ਪੀਅਰ ਪ੍ਰੈਸ਼ਰ ਦੈਨ ਹੀ ਮੇ ਬੀ ਸੈਟ ਟੂ ਬੀ। ਜਦੋਂ ਕੋਈ ਕਹਿੰਦਾ ਕਿ ਬੱਚਾ ਆਪਣੇ ਸਾਥੀਆਂ ਦੇ ਦਬਾਅ ਵਿੱਚ ਆ ਜਾਂਦਾ ਤਾਂ ਉਸ ਸਥਿਤੀ ਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਬੋਲਾਂਗੇ ਕਨਫਰਮਿੰਗ ਕਰਨਾ, ਕਨਫਰਮਿੰਗ। ਐਫ ਜਿਹੜਾ ਇਹਦੇ ਵਿੱਚ ਧਿਆਨ ਦਿਓ, ਇਸ ਆਪਸ਼ਨ ਦੇ ਵਿੱਚ ਆਪਣੇ ਕੋਲ ਜਿਹੜੀ ਆਉਣੀ ਹੈ 22ਵੇਂ ਕੁਐਸਚਨ ਦੀ, ਉਹ ਆਉਣੀ ਹੈ ਬੀ ਆਪਸ਼ਨ ਕਨਫਰਮਿੰਗ। ਤਾਂ ਸਪੈਲਿੰਗ ਆਈ ਥਿੰਕ ਇਹਦੇ ਵਿੱਚ ਗਲਤ ਹੈ, ਠੀਕ ਹੈ। ਇਹ ਕਨਫਰਮਿੰਗ ਆਊ, ਕਨਫਰਮਿੰਗ, ਅਨੁਸਰਨ ਕਰਨਾ ਇਹਨੂੰ ਬੋਲਦੇ ਆਪਾਂ। ਜਦੋਂ ਆਪਣੇ ਬੱਚਿਆਂ ਦੇ ਜਦੋਂ ਆਪਣੇ ਕੀ ਕਰਦਾ ਹੈ ਉਹ ਦਬਾਅ ਦੇ ਵਿੱਚ ਆ ਜਾਂਦਾ ਹੈ, ਠੀਕ ਹੈ। ਕੁਐਸਚਨ ਨੰਬਰ 22 ਦਾ ਆਨਸਰ ਕਲੀਅਰ ਹੋ ਗਿਆ। ਇਹਦੀ ਆਪਸ਼ਨ ਆ ਹੈ ਨਹੀਂ ਸੀ ਇੱਥੇ, ਸੈਂਸਰੀ ਮੋਟਰ ਇਹ ਗਲਤ ਟਾਈਪ ਹੋਇਆ, ਇੱਥੇ ਆਹ ਵਾਲੀ ਆਪਸ਼ਨ ਹੋਣੀ ਸੀ ਬੀ। ਤਾਂ ਇਹਦਾ ਆਨਸਰ ਕਨਫਰਮਿੰਗ ਆਪਣੇ ਕੋਲੇ ਆਏਗਾ। ਕੁਐਸਚਨ ਨੰਬਰ 23 ਕੀ ਹੈ, ਵਟ ਡੂ ਯੂ ਮੀਨ ਬਾਈ FAS, ਫਟਲ ਅਲਕੋਹਲ ਸਿੰਪਟਮ, ਫੋਇਟਲ ਅਲਕੋਹਲ ਸਿੰਡਰਮ, ਫਾਰਮਲ ਅਲਕੋਹਲ ਸਿੰਪਟਮਸ ਜਾਂ ਫੇਮਸ ਐਬਨੋਰਮਲ ਸਿੰਪਟਮ। ਤਾਂ ਫੋਇਟਲ ਅਲਕੋਹਲ ਸਿੰਡਰਮ ਹੁੰਦਾ, ਇਹ ਕੀ ਹੁੰਦਾ ਹੈ, ਜਦੋਂ ਡਿਊਰਿੰਗ ਪ੍ਰੈਗਨੈਂਸੀ ਮਦਰ ਜ਼ਿਆਦਾ ਅਲਕੋਹਲ ਦਾ ਜਾਂ ਕਹਿ ਲਓ ਕਿ ਅਲਕੋਹਲ ਦਾ ਸੇਵਨ ਕਰਦੀ ਹੈ, ਤਾਂ ਉਹਦੀ ਕੀ ਆ ਇੱਕ ਮੈਡੀਕਲ ਕੰਡੀਸ਼ਨ ਹੈ, ਬੱਚੇ ਦੀ ਮੈਂਟਲ ਐਬਿਲਿਟੀ ਆ ਉਹ ਕੀ ਹੁੰਦੀ, ਇੰਪੇਅਰਡ ਹੋ ਜਾਂਦੀ ਆ, ਖਰਾਬ ਹੁੰਦੀ। ਮੈਂਟਲ ਐਬਿਲਿਟੀ ਕਹਿ ਲਓ ਕਿ ਪ੍ਰੋਪਰ ਡਿਵੈਲਪ ਨਹੀਂ ਹੁੰਦੀ ਜਾਂ ਮੈਂਟਲ ਐਬਿਲਿਟੀ ਨਹੀਂ ਹੁੰਦੀ, ਕਿਉਂਕਿ ਮਦਰ ਦੀ ਡਰਿੰਕ ਅਲਕੋਹਲਿੰਗ ਡਿਊਰਿੰਗ ਦਾ ਪ੍ਰੈਗਨੈਂਸੀ। ਤਾਂ ਫੋਇਟਲ ਅਲਕੋਹਲ ਸਿੰਡਰਮ ਜਿਹੜਾ ਇਹ ਮੈਡੀਕਲ ਟਰਮ ਇੱਕ, ਇਹਦਾ ਆਨਸਰ ਬੀ ਆਏਗਾ। ਨੈਕਸਟ ਕੁਐਸਚਨ ਕੀ ਹੈ 24, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਵੇ ਆਫ ਫਾਰਮੈਟ ਅਸੈਸਮੈਂਟ। ਤਾਂ ਇਹ ਆਪਾਂ ਨੂੰ ਬਿਲਕੁਲ ਸੌਖਾ ਜਿਹਾ ਕੁਐਸਚਨ, ਫਾਰਮੈਟ ਅਸੈਸਮੈਂਟ ਦਾ ਜਿਹੜਾ ਵੇ ਨਹੀਂ ਗਾ ਉਹ ਹੈਗਾ ਆ ਇਹਨਾਂ ਦੇ ਵਿੱਚੋਂ ਕਿਹੜਾ ਆਏਗਾ, ਐਨੂਅਲ ਜਿਹੜਾ ਆਪਾਂ ਕਰਦੇ ਪਏ ਆ। ਤਾਂ ਐਨੂਅਲ ਜਿਹੜਾ ਐਗਜ਼ਾਮੀਨੇਸ਼ਨ ਹੁੰਦਾ ਇਹ ਆਪਣੇ ਕੋਲ ਹੁੰਦਾ ਸਮੇਟਿਵ ਅਸੈਸਮੈਂਟ। ਤਾਂ ਇਹ ਆਪਸ਼ਨ ਇਹਦੀ ਆਏਗੀ, ਨੋਟ ਵਰਡ ਦਿੱਤਾ। ਤਾਂ ਇਸ ਕੁਐਸਚਨ ਪੇਪਰ ਵਿੱਚ ਨੋਟ ਵਰਡ ਲਾ ਕੇ ਬਹੁਤ ਸਾਰੇ ਕੁਐਸਚਨ ਆਏ ਸੀਗੇ, ਤਾਂ ਧਿਆਨ ਨਾਲ ਪੜ੍ਹ ਲੈਣਾ ਬੇਟਾ। ਕੁਐਸਚਨ ਨੰਬਰ 25 ਕੀ ਹੈ, 25th ਕੀ ਹੈ, ਡੈਸ਼ ਇਨਵੋਲਵਸ ਐਨ ਐਬਿਲਿਟੀ ਟੂ ਮੈਨੇਜ ਯੂਰ ਓਨ ਥਿੰਕਿੰਗ ਐਂਡ ਪ੍ਰੋਬਲਮ ਸੋਲਵਿੰਗ। ਕਹਿੰਦਾ ਕਿ 8 ਲਿਖਿਆਂ ਦੇ ਵਿੱਚੋਂ ਜਿਹੜੀ ਆਪਣੇ ਕੋਲ ਦਿੱਤੀ ਹੋਈ ਹੈ ਸਵੈ ਚਿੰਤਨ ਤੇ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ ਸ਼ਾਮਲ ਹੈ। ਤਾਂ ਇਹਦੇ ਵਿੱਚ ਨਾ ਫਿਰ ਉਹੀ ਮਿਸ ਪ੍ਰਿੰਟਿੰਗ ਆ 2 ਆਪਸ਼ਨਸ ਨਹੀਂ ਦਿੱਤੀਆਂ ਹੋਈਆਂ, ਇਹਨੂੰ ਤੁਸੀਂ ਕੱਟੋ। ਤੁਹਾਡੇ ਕੋਲ ਆ ਨੀਚੇ ਵਾਲੀਆਂ 4 ਆਪਸ਼ਨਸ ਦਿੱਤੀਆਂ ਹੋਈਆਂ, ਮੈਟਾਕੋਗਨੀਟਿਵ ਸਕਿੱਲ, ਐਕਸਪੈਰੀਮੈਂਟਲ ਇੰਟੈਲੀਜੈਂਸੀ, ਸੈਲਫ ਰੈਗੂਲੇਸ਼ਨ ਜਾਂ ਨਨ ਆਫ ਅਬਵ। ਤਾਂ ਇਹ ਕੁਐਸਚਨ ਦੁਬਾਰਾ ਮੈਂ ਫਿਰ ਬੋਲਾਂਗਾ ਕਿ ਜਿਹੜੀਆਂ 4 ਸਕਿੱਲਸ ਦਿੱਤੀਆਂ ਹੋਈਆਂ ਇਹਨਾਂ ਦੇ ਵਿੱਚੋਂ ਥਿੰਕਿੰਗ ਤੇ ਪ੍ਰੋਬਲਮ ਸੋਲਵਿੰਗ। ਤਾਂ ਇਹ ਆਪਾਂ ਨੂੰ ਪਤਾ ਹੀ ਹੈ, ਥਿੰਕਿੰਗ ਜਿਹੜੀ ਹੈਗੀ ਉਹ ਆਪਣੇ ਬ੍ਰੇਨ ਦੇ ਨਾਲ ਰਿਲੇਟਡ ਹੈਗੀ ਹੈ। ਤਾਂ ਆਪਣੇ ਕੋਲੇ ਕੀ ਹੈ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈ, ਅਤੇ ਇਹਦਾ ਆਨਸਰ ਕੀ ਆਏਗਾ ਮੈਟਾਕੋਗਨੀਟਿਵ ਸਕਿੱਲਸ। ਤਾਂ ਇਹਦਾ ਆਨਸਰ ਮੈਟਾਕੋਗਨੀਟਿਵ ਸਕਿੱਲ ਜਿਹੜਾ ਹੈ ਇਹ ਆਪਸ਼ਨ ਆਏਗਾ। ਕਲੀਅਰ, ਉਮੀਦ ਕਰਦਾ ਤੁਹਾਨੂੰ ਸਮਝ ਲੱਗੀ ਹੋਊਗੀ। ਕੁਐਸਚਨ ਨੰਬਰ 26 ਕਿ ਕੀ ਕਹਿੰਦਾ ਕਿ ਇਹ ਕਰੀਕੂਲਰ ਮੋਡੀਫਿਕੇਸ਼ਨ ਪ੍ਰੋਗਰਾਮ ਡਿਵੈਲਪਡ ਇਨ ਰਿਟਨ ਫਾਰਮ ਆਫ ਫੈਕਲੀਟੇਟ
द एजुकेशन एक्सपीरियंस ऑफ ईच चिल्ड्रन विद स्पैशल नीड इज़ कॉल्ड। ਕਹਿੰਦਾ ਕਿ ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਬੱਚੇ ਹੁੰਦੇ ਆ, ਹਰੇਕ ਦੇ ਵਿਦਿਅਕ ਜਿਹੜਾ ਆਪਣੇ ਅਨੁਭਵ ਹੁੰਦਾ ਹੈ, ਜਿਹਨੂੰ ਆਪਾਂ ਬੋਲਦੇ ਹਾਂ ਉਹਦਾ ਐਜੂਕੇਸ਼ਨਲ ਐਕਸਪੀਰੀਅੰਸਿਸ ਆ, ਠੀਕ ਆ, ਉਹਨੂੰ ਆਪਾਂ ਸੌਖਾ ਕਰਨ ਦੇ ਲਈ ਉਹਦੇ ਆਪਾਂ ਕੀ ਕਰਦੇ ਹਾਂ, ਇੱਕ ਕਰੀਕੂਲਰ ਜਿਹੜਾ ਹੁੰਦਾ ਉਹਨੂੰ ਆਪਾਂ ਸੋਧਦੇ ਹਾਂ, ਉਹਨੂੰ ਆਪਾਂ ਵਧੀਆ ਕਰਦੇ ਹਾਂ। ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਆ ਤਾਂ ਉਹਨੂੰ ਕੀ ਬੋਲਦੇ, ਜਿਹੜਾ ਪ੍ਰੋਸੀਜਰ ਕੀ ਬੋਲਦੇ। ਦੁਬਾਰਾ ਫਿਰ ਕੁਐਸਚਨ ਸੁਣ ਲਓ ਕਿ ਜਿਹੜਾ ਮੋਡੀਫਿਕੇਸ਼ਨ ਪ੍ਰੋਗਰਾਮ ਹੁੰਦਾ ਹੈ ਕਾਹਦੇ ਲਈ, ਐਜੂਕੇਸ਼ਨ ਐਕਸਪੀਰੀਅੰਸਿਸ ਕਿਹਨਾਂ ਦੇ, ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਆ ਉਹਨੂੰ ਆਪਾਂ ਸੌਖਾ ਕਰਨ ਦੇ ਵਾਸਤੇ ਇੱਕ ਜਿਹੜੀ ਹੈ ਇਹ ਪ੍ਰੋਸੀਜਰ, ਇੱਕ ਕੰਮ ਕਰਦੇ ਹਾਂ। ਉਹਦਾ ਕੀ, ਉਹਨੂੰ ਆਪਾਂ ਕੀ ਬੋਲਦੇ ਹਾਂ, ਤਾਂ ਉਹਨੂੰ ਬੋਲਾਂਗੇ ਇੰਡੀਵਿਜੂਅਲਾਈਜ਼ਡ ਐਜੂਕੇਸ਼ਨਲ ਪ੍ਰੋਗਰਾਮ। ਤਾਂ ਇੱਕ ਪਰਟੀਕੂਲਰ ਆਪਾਂ ਸਪੈਸ਼ਲ ਨੀਡ ਵਾਲੇ ਬੱਚਿਆਂ 'ਤੇ ਹੀ ਆਪਾਂ ਇਹਨੂੰ ਜਿਹੜਾ ਹੈਗਾ ਆ ਵਰਕ ਕਰਦੇ ਪਏ ਹਾਂ। ਅਤੇ ਇਸ ਕੁਐਸਚਨ ਦਾ ਜਿਹੜਾ ਆਨਸਰ ਆਏਗਾ ਸੀ ਆਏਗਾ, ਇੰਡੀਵਿਜੂਅਲਾਈਜ਼ਡ ਐਜੂਕੇਸ਼ਨਲ ਪ੍ਰੋਗਰਾਮ। ਨੈਕਸਟ ਕੁਐਸਚਨ ਕੀ ਹੈ 27, who strongly claimed that he can train an individual to be anything he wanted irrespective of his her tendencies, ability, races and culture। ਕਹਿੰਦਾ ਹੇਠ ਲਿਖਿਆਂ ਦੇ ਵਿੱਚ ਕਿਹਨੇ ਕਿਹਾ ਸੀ ਕਿ ਉਹ ਕਿਸੇ ਨੂੰ ਵੀ ਜਿਹੜਾ ਇੰਡੀਵਿਜੂਅਲ ਨੂੰ ਜਾਂ ਕਿਸੇ ਬੱਚੇ ਨੂੰ ਐਂ ਕਹਿ ਲਓ, ਕਿਸੇ ਬੱਚੇ ਨੂੰ ਜਿਵੇਂ ਉਹ ਚਾਹੇ ਉਵੇਂ ਟ੍ਰੇਨ ਕਰ ਸਕਦਾ, ਭਾਵੇਂ ਉਹਦੀ ਟੈਂਡੈਂਸੀ ਹੋਵੇ, ਉਹਦੀ ਯੋਗਤਾ ਹੋਵੇ, ਚਾਹੇ ਉਹਦਾ ਕੋਈ ਮਰਜ਼ੀ ਕਲਚਰ ਹੋਵੇ, ਚਾਹੇ ਕੁਝ ਮਰਜ਼ੀ ਰੇਸ, ਮਤਲਬ ਉਹਦੀਆਂ ਜਿਹੜੀ ਕਹਿ ਲਓ ਕਿ ਉਹਦੇ ਆਪਾਂ ਬੋਲਦੇ ਹਾਂ ਕਿ ਕੀ ਹੋਣਗੇ ਕਿ ਜਿੱਥੋਂ ਮਰਜ਼ੀ ਕਿਸੇ ਮਰਜ਼ੀ ਯੋਗਤਾ ਦੇ ਨਾਲ ਕਿਸੇ ਮਰਜ਼ੀ ਨਸਲ ਦੇ ਵਿੱਚੋਂ ਆਇਆ ਹੋਵੇ, ਕਿਸੇ ਤਰ੍ਹਾਂ ਦੀ ਮਰਜ਼ੀ ਉਹਦੀ ਪ੍ਰਵਿਰਤੀ ਹੋਵੇ। ਤਾਂ ਇਹ ਗੱਲ ਕਰਦੇ ਪਏ ਬਿਹੇਵੀਅਰ ਚੇਂਜ ਦੀ। ਤਾਂ ਇਹਨਾਂ ਜਿਹੜੀ ਥੱਲੇ ਆਪਣੇ ਕੋਲ ਆਪਸ਼ਨ ਦਿੱਤੀਆਂ ਹੋਈਆਂ, ਇਹਨਾਂ ਵਿੱਚ ਬਿਹੇਵੀਅਰਿਸਟ ਕਿਹੜਾ ਸੀਗਾ, ਤਾਂ ਆਪਣੇ ਕੋਲੇ ਵਾਟਸਨ ਸੀਗਾ, ਜਿਹਨੇ ਬਿਹੇਵੀਅਰ ਥਿਊਰੀ ਆਪਣੇ ਕੋਲੇ, ਜਿਨ੍ਹਾਂ ਨੇ ਉਹ ਸਾਰੀਆਂ ਟਰਾਇਲ ਐਂਡ ਐਰਰ ਥਿਊਰੀ ਵਗੈਰਾ ਉਹਨਾਂ 'ਤੇ ਵੀ ਕੰਮ ਕੀਤਾ ਸੀਗਾ। ਉਹਨਾਂ ਦੇ ਵਿੱਚ ਇਹ ਆਪਣੇ ਕੋਲੇ ਕੀ ਆ ਜਾਏਗਾ, ਬੀ ਆਪਸ਼ਨ ਆਏਗੀ ਵਾਟਸਨ, ਜਿਹੜਾ ਹੈ ਕੁਐਸਚਨ ਨੰਬਰ 27 ਦਾ ਆਨਸਰ। ਕਿਉਂਕਿ ਇਹ ਟੋਟਲੀ ਤੁਸੀਂ ਦੇਖ ਲੈਣਾ ਕਿ ਇਹ ਹੈਗੀ ਆ ਬਿਹੇਵੀਅਰਿਜ਼ਮ ਦੀ ਗੱਲ ਕੀਤੀ ਹੋਈ ਹੈ, ਵਿਵਹਾਰਵਾਦੀ। ਠੀਕ ਹੈ, ਇਹ ਵਿਵਹਾਰਵਾਦੀ ਦੇ ਅਕੋਰਡਿੰਗ ਦਾ ਆਪਾਂ ਆਨਸਰ ਦੇਵਾਂਗੇ। ਕੁਐਸਚਨ ਨੰਬਰ 28, ਆਈਡੈਂਟੀਫਾਈ ਵਾਜ਼ ਰੋਲ ਕਨਫਿਊਜ਼ਨ ਵਾਜ਼ ਕਨਸੈਪਟ ਗਿਵਨ ਬਾਏ ਐਂਡ ਹੈਪਨ ਇਨ ਡੈਸ਼ ਸਟੇਜ। ਤਾਂ ਇਹ ਬਿਲਕੁਲ ਕਲੀਅਰ। ਆਪਾਂ ਜਿਵੇਂ ਪਿੱਛੇ ਕੁਐਸਚਨ ਤਾਂ ਰਿਕਸਨ ਦੀ ਥਿਊਰੀ ਸੀਗੀ ਆਪਣੇ ਕੋਲੇ, ਉਹਦੇ ਜਿਹੜੇ ਸੀਗੇ ਆਪਣੇ ਕੋਲੇ 8 ਜਿਹੜੇ ਸੀਗੇ ਇਸ਼ੂਜ਼ ਤੇ ਕ੍ਰਾਈਸਿਸ ਦਿੱਤੇ ਹੋਏ ਸੀਗੇ। ਉਹਨਾਂ ਦੇ ਵਿੱਚੋਂ ਕਹਿੰਦਾ ਕਿ ਕਿਹਨੇ ਦਿੱਤੀ ਸੀ ਪਹਿਲੇ ਨੰਬਰ 'ਤੇ, ਤਾਂ ਗੱਲ ਕਲੀਅਰ ਰਿਕਸਨ ਨੇ ਦਿੱਤੀ ਸੀ। ਤਾਂ ਆਹ ਆਪਸ਼ਨਾਂ ਤਾਂ ਹੋ ਨਹੀਂ ਸਕਦੀਆਂ, ਰਿਕਸਨ ਆ ਗਿਆ। ਹੁਣ ਦੇਖੋ ਵੀ ਇਹ ਰੋਲ ਕਨਫਿਊਜ਼ਨ ਤੇ ਆਇਡੈਂਟੀਟੀ ਤਾਂ ਕਿਹਦੇ ਵਿੱਚ ਹੁੰਦਾ ਆ, ਉਹ ਡਾਲਸਨ ਸਟੇਟ ਦੇ ਵਿੱਚ ਜਾ ਕੇ ਉਹਨੂੰ ਰੋਲ ਕਨਫਿਊਜ਼ਨ ਤੇ ਆਇਡੈਂਟੀਟੀ ਦਾ ਜਿਹੜਾ ਆਪਣੇ ਆਪ ਦੀ ਆਪਣੀ ਪਛਾਣ ਜਿਹਨੂੰ ਕਹਿ ਲਓ ਕਿ ਬਣਾਉਣੀ ਹੈ, ਉਹ ਡਾਲਸਨ ਸਟੇਟ ਦੇ ਵਿੱਚ ਜਾ ਕੇ ਬੀ ਆਪਸ਼ਨ ਜਿਹੜਾ ਆਨਸਰ ਆਏਗਾ 28th ਕੁਐਸਚਨ ਦਾ। ਨੈਕਸਟ ਕੁਐਸਚਨ ਨੰਬਰ ਇੱਕ ਪੰਜਾਬੀ ਮੀਡੀਅਮ ਦੇ ਫਿਰ ਆਪਣੇ ਕੋਲ ਸਾਰੇ ਕੁਐਸਚਨਸ ਆਉਣਗੇ, ਇਹਨਾਂ ਦੇ ਵਿੱਚੋਂ ਸਾਰਾ ਤੁਸੀਂ ਦੇਖ ਸਕਦੇ ਹੋ। ਕੁਐਸਚਨ ਨੰਬਰ 21 ਆ ਗਿਆ, ਕਿਰਤਿਕ ਵਿਸ਼ਵਾਸ ਮੇਕ ਬਲੀਵ ਵਾਲਾ ਜਿਹੜਾ ਆਪਾਂ ਕੁਐਸਚਨ ਕੀਤਾ ਸੀਗਾ। ਠੀਕ ਹੈ, ਫਿਰ ਆ ਗਿਆ ਆਪਣੇ ਕੋਲੇ ਸਾਥੀਆਂ ਦੇ ਦਬਾਅ ਵਾਲਾ ਕੁਐਸਚਨ, ਸਹਿਯੋਗ ਕਰਨਾ, ਅਨੁਸਰਨ ਕਰਨਾ, ਜਿਹਦਾ ਆਨਸਰ ਆਇਆ ਸੀ ਇਸ ਕੁਐਸਚਨ ਦਾ। ਆ FAS ਤੋਂ ਤੁਸੀਂ ਕੀ ਸਮਝਦੇ ਹੋ, ਫੇਟਲ ਅਲਕੋਹਲਿਕ ਸਿੰਡਰੋਮ ਜਿਹੜੀ ਬੀ ਆਪਸ਼ਨ ਜਿਹੜੀ ਆਈ ਸੀਗੀ। ਕਿਹੜਾ ਫਾਰਮੇਟਿਵ ਮੁਲਾਂਕਣ ਦਾ ਢੰਗ ਨਹੀਂ ਹੈ, ਜਿਹੜੀ ਆਪਣੇ ਕੋਲ ਸਾਲਾਨਾ ਪ੍ਰੀਖਿਆ ਹੁੰਦੀ ਹੈ ਉਹਨੇ ਢੰਗ ਨਹੀਂ ਹੁੰਦਾ। 25th ਕੁਐਸਚਨ ਆਇਆ ਸੀਗਾ, ਸਵੈ ਚਿੰਤਨ ਦੀ ਸਮੱਸਿਆ ਦਾ ਹੱਲ ਕਰਨ ਲਈ ਮੈਟਾ ਗਿਆਨਤਮਕ ਕੌਸ਼ਲ ਆਇਆ ਸੀ। ਕੁਐਸਚਨ ਨੰਬਰ 26 ਹੈ, ਇਹਦਾ ਆਨਸਰ ਆਪਣੇ ਕੋਲੇ ਕੀ ਆਇਆ ਸੀਗਾ, ਵਿਦਿਅਕ ਅਨੁਭਵ ਨੂੰ ਸੁਖਾਲਾ ਕਰਨ ਲਈ ਵਿਅਕਤੀਗਤ ਵਿੱਦਿਅਕ ਕਾਰਜਕ੍ਰਮ, ਜਿਹੜਾ ਸੀ ਆਪਸ਼ਨ ਸੀ ਇਹਦੀ। ਫਿਰ ਆਪਣੇ ਕੋਲ ਆ ਗਿਆ ਜਿਹਦਾ ਆਨਸਰ ਵਾਟਸਨ ਆ, ਆਪਣੇ ਕੋਲੇ ਜਿਹੜਾ ਬਿਹੇਵੀਅਰਿਜ਼ਮ ਦੀ ਗੱਲ ਕੀਤੀ ਹੈ 28 ਸੀਗਾ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਹੁਣ 2 ਕੁਐਸਚਨ ਰਹਿ ਗਏ ਆਪਣੇ ਕੋਲੇ। 29th ਕੀ ਹੈ ਕਿ ਇਹ ਚਾਈਲਡ ਫॉर्म ए ਰਾਈਮ ਟੂ ਲਰਨ ਦਾ ਆਰਡਰ ਆਫ ਪਲੈਨਟ। ਤਾਂ ਇੱਕ ਜਿਹੜੇ ਪਲੈਨਟ ਦਾ ਆਰਡਰ, ਜਿਹੜੇ ਗ੍ਰਹਿ ਆ ਉਹਨਾਂ ਨੂੰ ਯਾਦ ਕਰਨ ਵਾਸਤੇ ਇੱਕ ਕਵਿਤਾ ਬਣਾ ਲੈਂਦਾ ਬੱਚਾ। ਤਾਂ ਇਹ ਕੀ ਕਰਦਾ ਹੈ, ਹਿਰਿਸਟਿਕ, ਚੰਕਿੰਗ, ਨਿਮੋਨਿਕਸ ਜਾਂ ਅਬਵ ਆਫ ਦਾ। ਤਾਂ ਨਿਮੋਨਿਕਸ ਜਿਹੜਾ ਹੁੰਦਾ ਹੈ ਉਹ ਕਿਸੇ ਚੀਜ਼ ਨੂੰ ਯਾਦ ਰੱਖਣ ਦਾ ਤਰੀਕਾ, ਆਪਾਂ ਆਪਦੇ ਕੋਲ ਇੱਕ ਵਰਡ ਬਣਾ ਲੈਂਦੇ ਹਾਂ, ਕਿਸ ਤਰੀਕੇ ਨਾਲ ਯਾਦ ਕਰਦੇ ਹਾਂ। ਤਾਂ ਆਨਸਰ ਕੀ ਆਏਗਾ, ਬੀ ਆਪਸ਼ਨ ਹੈ ਨਿਮੋਨਿਕਸ। ਤਾਂ ਇੱਥੇ ਆਪਸ਼ਨ ਥੋੜ੍ਹੀ ਉੱਪਰ ਨੀਚੇ ਦਿੱਤੀਆਂ ਹੋਈਆਂ, ਟਾਈਪਿੰਗ ਕਰਨ ਲੱਗਿਆ ਪ੍ਰੋਬਲਮ ਆਈ ਹੈ। ਕੁਐਸਚਨ ਨੰਬਰ 30 ਤੇ ਆਪਣੇ ਕੋਲੇ ਕੀ ਹੈ, ਬਰੂਨਰਜ਼ ਆਇਡੈਂਟੀਫਾਈ ਦਾ 3 ਮੇਜਰ ਸਟੇਜਸ ਆਫ ਕੋਗਨੀਟਿਵ ਗਰੋਥ, ਆਇਡੈਂਟੀਫਾਈ ਦਾ ਕਰੈਕਟ ਆਰਡਰ ਆਫ ਸਟੇਜ। ਤਾਂ ਜਿਹੜੀਆਂ ਬਰੂਨਰ ਦੀਆਂ ਡਿਫਰੈਂਟ ਸਟੇਜਸ ਸੀਗੀਆਂ, ਉਹਦੇ ਵਿੱਚ ਆਪਣੇ ਕੋਲੇ ਮੇਜਰ ਸਟੇਜਸ ਕਿਹੜੀਆਂ ਨੇ, ਤਾਂ ਆਪਾਂ ਨੂੰ ਇਹ ਪਤਾ ਉਹਨੇ ਪਹਿਲਾਂ ਕੀਤੀ ਸੀ ਇਨਐਕਟਿਵ, ਐਕਸ਼ਨ ਬੇਸਡ 0 ਤੋਂ 1 ਸਾਲ ਤੱਕ। ਫਿਰ ਉਹਦੀ ਸਹੀ ਆਈਕੋਨਿਕ, ਇਮੇਜ ਬੇਸਡ 1 ਤੋਂ 6 ਸਾਲ। ਫਿਰ ਆ ਗਈ ਸਿੰਬੋਲਿਕ, ਜਿਹਨੂੰ ਆਪਾਂ ਕਹਿੰਦੇ ਲੈਂਗੁਏਜ ਬੇਸ 'ਤੇ ਸੀਗਾ, ਜਿਹੜੀ 6 ਸਾਲ ਤੋਂ ਆਨਵਰਡ ਸੀਗਾ। ਤਾਂ ਪਹਿਲਾਂ ਆਪਾਂ ਕੀ ਲਵਾਂਗੇ ਇਨਐਕਟਿਵ,
ਫਿਰ ਆਈਕੋਨਿਕ ਤੇ ਫਿਰ ਸਿੰਬੋਲਿਕ। ਤਾਂ ਆ ਜਿਹੜਾ ਕੁਐਸਚਨ ਵੀ ਰਿਪੀਟ ਹੋਇਆ ਆ, ਇਹ ਕੁਐਸਚਨ ਵੀ ਅੱਗੇ ਕਈ ਵਾਰ ਆਇਆ ਹੋਇਆ। ਤਾਂ ਇਹਦੇ ਨਾਲ ਤੁਹਾਡੇ ਜਿਹੜੇ 30 ਦੇ 30 ਕੁਐਸਚਨ ਜਿਹੜੇ ਹੈਗੇ ਉਹ ਕੰਪਲੀਟ ਹੋ ਗਏ ਆ। ਤਾਂ ਉਮੀਦ ਕਰਦਾ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰਾ ਫਾਇਦਾ ਮਿਲੂਗਾ। ਇਹਨਾਂ ਕੁਐਸਚਨਾਂ ਨੂੰ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਪਹਿਲਾਂ ਰੀਡ ਕਰਕੇ ਆਪ ਪੜ੍ਹ ਕੇ ਫਿਰ ਉਹਨੂੰ ਪੌਜ਼ ਕਰਕੇ ਉਹਦੇ ਆਨਸਰ ਦੇਖਣ ਦੀ ਕੋਸ਼ਿਸ਼ ਕਰੋ। ਤਾਂ ਇਹਦੇ ਨਾਲ ਤੁਹਾਨੂੰ ਜ਼ਰੂਰ ਬੈਨੀਫਿਟ ਹੋਊਗਾ। ਤਾਂ ਇਸ ਜਿਹੜੀ ਵੀਡੀਓ ਤੋਂ ਜਿਹੜੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਤਾਂ ਅੱਜ ਲਈ ਬਸ ਇੰਨਾ ਹੀ, ਧੰਨਵਾਦ।